ਸਤਿ ਸ਼੍ਰੀ ਅਕਾਲ ਬੱਚਿਓ। NTSC ਸੈਟ ਵਾਲਾ ਪੇਪਰ ਜੋ ਤੁਹਾਡਾ ਮੌਕ ਟੈਸਟ ਹੋਇਆ, ਮੈਨੂੰ ਉਮੀਦ ਹੈ ਬਹੁਤ ਵਧੀਆ ਹੋਇਆ ਹੋਵੇਗਾ। ਉਹਦੇ ਵਿੱਚੋਂ ਬੇਟਾ ਆਪਾਂ ਜਿਹੜਾ ਸੈਟ ਵਾਲਾ ਤੁਹਾਡਾ ਪੇਪਰ ਹੋਇਆ ਉਹਦੇ ਵਿੱਚੋਂ ਆਪਾਂ ਸਾਇੰਸ ਅਤੇ ਮੈਥ ਦੇ ਕੁਐਸਚਨ ਆ ਜਿਹੜੇ ਉਹਨਾਂ ਦਾ ਆਨਸਰ ਦੇਖਾਂਗੇ ਵੀ ਉਹਨਾਂ ਦੇ ਸਹੀ ਆਨਸਰ ਕੀ ਆਉਣਗੇ। ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਆਪਣੇ ਅੰਕਾਂ ਦਾ ਮਿਲਾਨ ਵੀ ਕਰਨਾ। ਠੀਕ ਹੈ ਬੇਟਾ, ਚਲੋ ਸਟਾਰਟ ਕਰੀਏ। 101 ਨੰਬਰ ਕੁਐਸਚਨ ਤੋਂ ਪਹਿਲੇ ਤੋਂ, ਇੱਕ ਵਸਤੂ ਨੂੰ ਗੁਰਤਾ ਵੱਲ ਵਿਰੁੱਧ ਸਿੱਧੇ ਉੱਪਰ ਵੱਲ ਨੂੰ ਯੂ ਵੇਗ ਨਾਲ ਸੁੱਟਿਆ ਜਾਂਦਾ ਹੈ। ਵਸਤੂ ਵੱਲੋਂ ਤੈਅ ਕੀਤੀ ਵੱਧ ਤੋਂ ਵੱਧ ਉਚਾਈ h ਹੈ। ਇਸ ਉਚਾਈ ਤੱਕ ਪਹੁੰਚਣ ਲਈ ਸਮਾਂ t ਹੈ। ਆਪਾਂ ਦੱਸਣਾ ਵੀ ਉਚਾਈ ਕਿੰਨੀ, ਉਹਨੇ ਉਚਾਈ ਕਿੰਨੀ ਤੈਅ ਕੀਤੀ, ਕਿੰਨੀ ਉੱਚੀ ਗਈ ਅਤੇ ਉਹਨੂੰ ਪਹੁੰਚਣ ਲਈ ਕਿੰਨਾ ਸਮਾਂ ਲੱਗਿਆ। ਠੀਕ ਹੈ ਬੇਟਾ, ਉਚਾਈ ਨੂੰ ਆਪਾਂ ਦੂਰੀ ਦੇ ਤੌਰ 'ਤੇ ਲਵਾਂਗੇ। ਠੀਕ ਹੈ, ਆਪਣੇ ਕੋਲ ਫਾਰਮੂਲਾ ਹੁੰਦਾ v² - u² = 2as ਹੁੰਦਾ ਹੈ। ਠੀਕ ਹੈ, ਇਹ ਇੱਥੇ ਗੁਰਤਾ ਪ੍ਰਵੇਗ ਹੋਊਗਾ, ਪ੍ਰਵੇਗ ਨਹੀਂ ਹੋਊਗਾ, ਇੱਥੇ g ਹੋਊਗਾ 2gs। ਐਸ ਆਪਾਂ ਕੱਢਣਾ ਉਚਾਈ, ਇੱਥੇ ਐਸ ਹੈ ਜਿਹੜੀ ਉਹ ਕੀ ਹੈ h ਦਾ ਕੰਮ ਕਰ ਰਹੀ ਹੈ। ਅਤੇ ਆਪਾਂ ਲਿਖ ਲੈਂਦੇ ਹਾਂ v² - u² = 2gh। ਠੀਕ ਹੈ ਬੇਟਾ, ਹੁਣ ਦੇਖੋ ਗੁਰਤਾ ਬਲ ਵਿਰੁੱਧ ਉੱਪਰ ਨੂੰ ਯੂ ਵੇਗ ਨਾਲ ਸੁੱਟਿਆ ਜਾਂਦਾ, ਮਤਲਬ ਜਿਹੜਾ ਪਹਿਲਾਂ ਵਾਲਾ ਵੇਗ ਆ ਪਹਿਲਾਂ ਉਹ ਰੈਸਟ ਤੇ ਸੀ, ਵਿਰਾਮ ਅਵਸਥਾ ਵਿੱਚ ਸੀ। ਮਤਲਬ ਜਿਹੜਾ ਇੱਥੇ ਇਸ ਫਾਰਮੂਲੇ ਦੇ ਵਿੱਚ ਯੂ ਲਿਖਿਆ ਹੋਇਆ ਇਹ ਵਾਲਾ ਉਹ ਕਿੰਨਾ 0 ਹੈ, ਮਤਲਬ ਉਹਨੂੰ ਯੂ ਵੇਗ ਨਾਲ ਸੁੱਟਿਆ, ਮਤਲਬ ਜਿਹੜਾ ਇੱਥੇ v ਹੈ ਉਹ ਕਿੰਨਾ ਬੇਟਾ ਯੂ ਹੈ। ਠੀਕ ਹੈ, ਭਰ ਦਿਓ। v ਨੂੰ ਆਪਾਂ ਯੂ ਭਰ ਦਾਂਗੇ, ਯੂ ਨੂੰ ਆਪਾਂ 0 ਹੀ ਭਰਨਾ, ਤਾਂ ਉਹ ਤਾਂ ਮੈਂ ਲਿਖੂੰਗਾ ਹੀ ਨਹੀਂ। u² = 2gh, ਤਾਂ h ਬਰਾਬਰ ਕਿੰਨੀ ਹੋ ਜੂਗੀ u²/g ਹੋ ਜੂਗੀ। ਠੀਕ ਹੈ ਬੇਟਾ, ਤਾਂ ਜਿਹੜੀ ਮੈਕਸੀਮਮ ਉਚਾਈ ਉਹਦੇ 'ਤੇ ਜਾਣਾ ਉਹਨੂੰ ਉਹ u²/2g ਹੋ ਜੂਗੀ। ਠੀਕ ਹੈ, ਤਾਂ ਇਹ ਸੀ ਆਪਣਾ ਮਤਲਬ ਉਚਾਈ। ਆਪਾਂ ਸਮਾਂ t ਵੀ ਕੱਢਦੇ ਹਾਂ, ਉਹ ਕਿੰਨਾ ਆਊਗਾ ਉਹ ਦੇਖੋ, ਉਹ ਕਿੰਨਾ ਆਊਗਾ। ਉਹਦੇ ਲਈ ਆਪਾਂ ਦੂਜਾ ਫਾਰਮੂਲਾ ਲਾਵਾਂਗੇ s = ut + ½ at² ਬਣਦਾ ਫਾਰਮੂਲਾ, ਇੱਥੇ g ਲੱਗੂਗਾ ਪ੍ਰਵੇਗ gt²। ਠੀਕ ਹੈ, u ਆਪਣੇ ਕੋਲ ਕੀ ਹੈ ਵੀ 0, ਵੈਸੇ ਇਹਦੀ ਲੋੜ ਨਹੀਂ ਹੈ। ਆਪਣੇ ਇੱਕ ਹੋਰ ਫਾਰਮੂਲਾ ਵੀ ਹੁੰਦਾ, ਉਹਦੇ ਨਾਲ ਆਪਾਂ ਕੱਢ ਸਕਦੇ ਹਾਂ ਟਾਈਮ v = u + gt, ਇਹ ਵੀ ਹੁੰਦਾ। ਠੀਕ ਹੈ, ਇੱਥੋਂ ਆਪਾਂ ਕੱਢ ਸਕਦੇ ਹਾਂ v ਆਪਣਾ u ਆਪਣਾ 0 ਹੈ ਅਤੇ v ਨੂੰ ਆਪਾਂ ਕੀ ਲਿਖਣਾ u। ਠੀਕ ਹੈ, ਉਹ ਮੈਂ ਤੁਹਾਨੂੰ ਦੱਸਤਾ ਵੀ ਕਿਵੇਂ ਲਿਖਣਾ। u = 0 + gt, ਇੱਥੋਂ ਆਪਾਂ t ਕੱਢਣਾ ਹੋਵੇ t = u/g ਹੋ ਜਾਊ। ਠੀਕ ਹੈ ਬੇਟਾ, t ਆਪਣੇ ਕੋਲ u/g ਹੋ ਗਿਆ, ਅਤੇ ਆਪਾਂ ਵੈਲੋਸਿਟੀ ਕਿੰਨੀ ਕੱਢੀ ਸੀ, ਉਚਾਈ ਕਿੰਨੀ ਕੱਢੀ ਸੀ ਆਪਾਂ ਬੇਟਾ u²/2g। ਤਾਂ ਆਪਣੇ ਕੋਲ ਸਹੀ ਆਪਸ਼ਨ ਕੀ ਆਊਗੀ, ਉਚਾਈ h ਆਪਣੇ ਕੋਲ u²/2g ਆਊਗੀ, ਅਤੇ ਟਾਈਮ ਆ ਜਿਹੜਾ ਉਹ ਕਿੰਨਾ ਆਊਗਾ u/g ਆਊਗਾ। ਮਤਲਬ ਕਿਹੜੀ ਆਪਸ਼ਨ ਸਹੀ ਬਣੇਗੀ ਬੇਟਾ, ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। A ਅਤੇ B ਵਿਚਕਾਰ ਕੁੱਲ ਪ੍ਰਤੀਰੋਧ ਕੀ ਹੋਏਗਾ। ਠੀਕ ਹੈ, ਕੁੱਲ ਪ੍ਰਤੀਰੋਧ ਆਪਾਂ A ਅਤੇ B ਦੇ ਵਿਚਕਾਰ ਦੱਸਣਾ। ਆਹ ਸਾਰੇ ਆ ਜਿਹੜੇ ਸੀਰੀਜ਼ ਦੇ ਵਿੱਚ ਲੱਗੇ ਹੋਏ ਨੇ, ਆਹ ਇਕੱਲਾ ਇਹਨਾਂ ਦੇ ਸਮਾਂਤਰ 'ਚ ਲੱਗਿਆ, ਇਹ ਸਾਰੇ ਲੜੀ 'ਚ ਨੇ। ਲੜੀ 'ਚ ਨੇ ਤਾਂ ਜੋੜ ਦਿੰਦੇ ਹਾਂ 2 4 6 8 10 12। ਠੀਕ ਹੈ, 12 ਹੋ ਗਿਆ ਨਾ ਬੇਟਾ। ਤਾਂ ਹੁਣ ਇਹ ਸਾਰੇ ਇਹਨਾਂ ਤੋਂ ਜਿਹੜਾ ਮਿਲ ਕੇ ਬਣੂਗਾ 12 ਓਮ ਬਣ ਗਿਆ ਇਹਨਾਂ ਤੋਂ ਮਿਲ ਕੇ। ਲੜੀ 'ਚ ਨੇ, ਲੜੀ ਦੇ ਵਿੱਚ ਸਿੰਪਲ ਜੁੜ ਜਾਂਦੇ ਨੇ। ਠੀਕ ਹੈ, 12 ਓਮ ਮਤਲਬ 12 ਓਮ ਅਤੇ 4 ਆ ਜਿਹੜੇ ਇੱਕ ਦੂਜੇ ਦੇ ਕੀ ਨੇ ਸਮਾਂਤਰ ਨੇ। ਸਮਾਂਤਰ 'ਚ ਪ੍ਰਤੀਰੋਧ ਆਪਾਂ ਨੂੰ ਕੱਢਣਾ ਹੁੰਦਾ ਵੀ ਕਿਵੇਂ ਹੁੰਦਾ, 1/r1 + 1/r2 = 1/r ਹੁੰਦਾ ਨਾ। ਤਾਂ 1/12 + 1/4, 12 ਆਪਾਂ ਐਲਸੀਅਮ ਲੈ ਲਾਂਗੇ, 1 + 4 × 12 ਮਤਲਬ 4/12। ਮਤਲਬ ਜਿਹੜਾ ਆਪਾਂ ਤੁੱਲ ਪ੍ਰਤੀਰੋਧ ਕੱਢ ਰਹੇ ਹਾਂ ਉਹ 1/r' ਹੈ। 1/r' ਬਰਾਬਰ ਇਹਦੇ ਬਰਾਬਰ ਸੀਗਾ। ਠੀਕ ਹੈ, ਤਾਂ r' ਕਿਹਦੇ ਬਰਾਬਰ ਹੋ ਜੂ ਬੇਟਾ 12/4 ਦੇ, ਕੱਟ ਕੇ ਕਿੰਨਾ ਆ ਜੂਗਾ 3 ਓਮ। ਤਾਂ r' ਹੈ ਜਿਹੜਾ ਉਹਦੇ ਲਈ ਕਿੰਨਾ ਆਊਗਾ ਬੇਟਾ ਇਹ 3 ਓਮ ਆਊਗਾ ਇਹਦੇ ਲਈ ਤੁੱਲ ਪ੍ਰਤੀਰੋਧ। ਠੀਕ ਹੈ, ਕਿਹੜੀ ਆਪਸ਼ਨ ਸਹੀ ਬਣੂਗੀ, ਚੌਥੀ ਆਪਸ਼ਨ ਇਹਦੇ ਲਈ ਸਹੀ ਬਣੂਗੀ। ਠੀਕ ਹੈ ਬੇਟਾ, ਅਗਲਾ, ਇੱਕ ਔਰਤ ਇੱਕ ਜਾਦੂਈ ਦਰਪਣ ਸਾਹਮਣੇ ਖੜੀ ਹੈ। ਉਸ ਦੇ ਸਿਰ ਦਾ ਪ੍ਰਤੀਬਿੰਬ ਵੱਡਾ, ਸਰੀਰ ਦੇ ਮੱਧ ਭਾਗ ਦਾ ਪ੍ਰਤੀਬਿੰਬ ਬਰਾਬਰ ਆਕਾਰ ਦਾ, ਜਦੋਂ ਕਿ ਲੱਤਾਂ ਦਾ ਪ੍ਰਤੀਬਿੰਬ ਛੋਟਾ ਨਜ਼ਰ ਆਉਂਦਾ ਹੈ। ਜਾਦੂਈ ਦਰਪਣ ਉੱਪਰ ਤੋਂ ਹੇਠਾਂ ਵੱਲ ਹੇਠ ਲਿਖੇ ਅਨੁਸਾਰ ਵੱਖ ਵੱਖ ਦਰਪਣਾਂ ਦੇ ਸੁਮੇਲ ਤੋਂ ਬਣਿਆ ਹੈ। ਇਹਨਾਂ ਵਿੱਚੋਂ
ਕਿਹੜਾ ਸਮੇਲ ਸਹੀ ਹੈ, ਇੱਥੇ ਨਹੀਂ ਲਿਖ ਰੱਖਿਆ, ਸਹੀ ਆਊਗਾ ਵੀ ਕਿਹੜਾ ਸਮੇਲ ਸਹੀ ਹੈ। ਠੀਕ ਹੈ ਬੇਟਾ, ਆਪਾਂ ਦੱਸਣਾ ਵੀ ਕਿਹੜਾ ਸਮੇਲ ਸਹੀ ਹੈ। ਉੱਪਰ ਉਹਦਾ ਭਾਗ ਆ ਜਿਹੜਾ ਉਹ ਪ੍ਰਤੀਬਿੰਬ ਵੱਡਾ ਦਿਖਾਈ ਦਿੰਦਾ, ਮਤਲਬ ਵੱਡਾ ਪ੍ਰਤੀਬਿੰਬ ਕਿਹੜਾ ਬਣਾਉਂਦਾ ਹੈ, ਅਵਤਲ ਦਰਪਣ। ਵਿਚਕਾਰਲਾ ਬਰਾਬਰ ਦਾ ਹੁੰਦਾ ਉਹ ਸਮਤਲ ਦਰਪਣ ਬਣਾਉਂਦਾ ਹੈ। ਜਿਹੜਾ ਛੋਟਾ ਪ੍ਰਤੀਬਿੰਬ, ਲੱਤਾਂ ਉਹਦੀਆਂ ਛੋਟੀਆਂ ਨਜ਼ਰ ਆ ਰਹੀਆਂ ਨੇ, ਤਾਂ ਉਹ ਉੱਤਲ ਬਣਾਉਂਦਾ। ਤਾਂ ਇਹਦੇ ਲਈ ਸਹੀ ਆਪਸ਼ਨ ਚੌਥੀ ਬਣੂਗੀ, ਅਵਤਲ, ਸਮਤਲ ਤੇ ਉੱਤਲ। ਇੱਕ ਬਿਜਲੀ ਕੇਤਲੀ ਨੂੰ ਜਦੋਂ 220 ਵੋਲਟ 'ਤੇ ਚਲਾਇਆ ਜਾਂਦਾ ਹੈ ਤਾਂ 1 ਕਿਲੋਵਾਟ ਬਿਜਲੀ ਸ਼ਕਤੀ ਦੀ ਖਪਤ ਹੁੰਦੀ ਹੈ, ਮਤਲਬ ਕਰਦੀ ਹੈ। ਕਿਸ ਰੇਟਿੰਗ ਦੀ ਫਿਊਜ਼ ਤਾਰ ਇਸ ਨੂੰ ਵਰਤਣ ਦੇ ਲਈ ਉਪਯੋਗ ਕਰਨੀ ਚਾਹੀਦੀ ਹੈ। ਠੀਕ ਹੈ ਬੇਟਾ, ਆਪਾਂ ਪਹਿਲਾਂ ਕਰੰਟ ਕੱਢ ਲਾਂਗੇ। ਪਾਵਰ ਆਪਾਂ ਨੂੰ ਦਿੱਤੀ ਹੈ ਸ਼ਕਤੀ, ਪਾਵਰ P = 1 ਕਿਲੋਵਾਟ ਮਤਲਬ 1000 ਵਾਟ। ਵੀ ਆਪਾਂ ਨੂੰ ਕਿੰਨੀ ਦਿੱਤੀ ਹੈ ਵੀ 220 ਵੋਲਟ। P ਆ ਜਿਹੜਾ ਉਹ ਹੁੰਦਾ P = VI ਹੁੰਦਾ। ਤਾਂ ਆਪਾਂ ਇੱਥੋਂ ਕਰੰਟ ਕੱਢ ਲਾਂਗੇ, I ਜਾਂ ਬਿਜਲੀ ਧਾਰਾ ਬਰਾਬਰ P/V ਹੋ ਜੂ। P ਆਪਣੇ ਕੋਲ ਕਿੰਨਾ ਬੇਟਾ 1000, 1000/220। ਠੀਕ ਹੈ, 100 ਨੂੰ ਆਪਾਂ ਜੇ Y ਨਾਲ ਭਾਗ ਕਰ ਦਾਂਗੇ, ਆਪਣੇ ਕੋਲ ਜਿਹੜੀ ਬਿਜਲੀ ਧਾਰਾ ਇਹਦੇ ਵਿੱਚੋਂ ਦੀ ਲੰਘ ਸਕਦੀ ਹੈ। ਠੀਕ ਹੈ, ਇਹਨੂੰ ਚਾਹੀਦੀ ਹੈ, ਮਤਲਬ ਇਹਨੂੰ ਚਾਹੀਦੀ ਹੈ ਬਿਜਲੀ ਕੇਤਲੀ ਨੂੰ ਚਲਾਉਣ ਵਾਸਤੇ ਉਹ 4.5 ਐਂਪੀਅਰ ਇਹਨੂੰ ਕਰੰਟ ਜਾਂ ਬਿਜਲੀ ਧਾਰਾ ਚਾਹੀਦੀ ਹੈ। ਠੀਕ ਹੈ, ਤਾਂ ਫਿਰ ਫਿਊਜ਼ ਤਾਰ ਆਪਾਂ ਨੂੰ ਕਿੰਨੇ ਦੀ ਲਾਉਣੀ ਪਊਗੀ, ਇਸ ਤੋਂ ਵੱਧ ਹੀ ਲਾਉਣੀ ਪਊ ਨਾ, ਕਿਉਂਕਿ ਇੰਨੀ ਤਾਂ ਆਪਾਂ ਨੂੰ ਚਾਹੀਦੀ ਹੋਈ ਹੈ। 4.5 ਐਂਪੀਅਰ ਦਾ ਕਰੰਟ ਉਹ ਬਿਜਲੀ ਕੇਤਲੀ ਨੂੰ ਚਲਾਉਣ ਲਈ ਚਾਹੀਦਾ ਹੀ ਹੈ, ਤਾਂ ਫਿਊਜ਼ ਤਾਰ ਇਦੋਂ ਵੱਧ ਲਾਉਣੀ ਪਊ, ਮਤਲਬ 5 ਐਂਪੀਅਰ ਦੀ ਫਿਊਜ਼ ਤਾਰ ਆਪਾਂ ਨੂੰ ਵਰਤਣੀ ਪਏਗੀ। ਠੀਕ ਹੈ ਬੇਟਾ, 105 ਨੰਬਰ। ਇੱਕ ਆਦਮੀ 2 ਮੀਟਰ ਤੋਂ ਜ਼ਿਆਦਾ ਦੂਰੀ ਵਾਲੀਆਂ ਵਸਤੂਆਂ ਨੂੰ ਸਾਫ਼ ਨਹੀਂ ਵੇਖ ਸਕਦਾ। ਇਸ ਦ੍ਰਿਸ਼ਟੀ ਦੋਸ਼ ਦਾ ਸੁਧਾਰ ਲਈ ਲੈਂਜ਼ ਦੀ ਕਿਸਮ ਤੇ ਸ਼ਕਤੀ ਕੀ ਹੋਏਗੀ। ਠੀਕ ਹੈ, ਦੂਰ ਦੀਆਂ ਵਸਤੂਆਂ ਨੂੰ ਸਾਫ਼ ਨਹੀਂ ਦੇਖ ਸਕਦਾ, ਮਤਲਬ ਉਹਨੂੰ ਕਿਹੜਾ ਦੋਸ਼ ਆ ਬੇਟਾ, ਨਿਕਟ ਦ੍ਰਿਸ਼ਟੀ ਦੋਸ਼। ਜੇ ਨਿਕਟ ਦ੍ਰਿਸ਼ਟੀ ਦੋਸ਼ ਹੈ ਉਹਨੂੰ ਆਪਤਲ ਲੈਂਜ਼ ਦੀਆਂ ਐਨਕਾਂ ਦੀ ਲੋੜ ਪਏਗੀ। ਇਹ ਤਾਂ ਆਪਾਂ ਨੂੰ ਲੈਂਜ਼ ਦਾ ਪਤਾ ਲੱਗ ਗਿਆ। ਠੀਕ ਹੈ, ਹੁਣ ਆਪਾਂ ਫੋਕਸ ਦੂਰੀ ਤੋਂ ਆਪਾਂ ਲੈਂਜ਼ ਦੀ ਸ਼ਕਤੀ ਕੱਢ ਲੈਂਦੇ ਨਾ। ਲੈਂਜ਼ ਦੀ ਸ਼ਕਤੀ ਹੁੰਦਾ 1/, ਫੋਕਸ ਦੂਰੀ। ਠੀਕ ਹੈ, ਫੋਕਸ ਦੂਰੀ ਅਵਤਲ ਲੈਂਜ਼ ਹੋਣ ਕਰਕੇ ਮਾਈਨਸ ਦੇ ਵਿੱਚ ਹੋ ਜੂਗੀ, ਮਤਲਬ -2 ਮੀਟਰ। ਤਾਂ 1/-2 ਮਤਲਬ -0.5 ਡਾਇਪਟਰ। ਠੀਕ ਹੈ, ਮਤਲਬ ਉਹਨੂੰ ਦੋਸ਼ ਨੂੰ ਦੂਰ ਕਰਨ ਲਈ ਉਹਨੂੰ ਅਵਤਲ ਲੈਂਜ਼ ਦੀਆਂ ਐਨਕਾਂ ਦੀ ਲੋੜ ਪਵੇਗੀ, ਅਤੇ ਉਹਦੀ ਸ਼ਕਤੀ ਕਿੰਨੀ ਹੋਣੀ ਚਾਹੀਦੀ ਆ, -0.5 ਡਾਇਪਟਰ। ਠੀਕ ਹੈ ਬੇਟਾ, ਕਿਹੜੀ ਆਪਸ਼ਨ ਸਹੀ ਬਣੂਗੀ, ਚੌਥੀ ਆਪਸ਼ਨ। ਅਗਲਾ, ਨਿਊਟਨ ਦੇ ਗਤੀ ਦੇ ਤੀਸਰੇ ਨਿਯਮ ਅਨੁਸਾਰ ਕਿਰਿਆ ਅਤੇ ਪ੍ਰਤੀਕਿਰਿਆ ਲੱਗਦੇ ਹਨ। ਪਹਿਲੀ ਆਪਸ਼ਨ, ਇੱਕ ਵਸਤੂ 'ਤੇ ਪਰ ਉਲਟ ਦਿਸ਼ਾ ਵਿੱਚ, ਅਲੱਗ-ਅਲੱਗ ਵਸਤਾਂ 'ਤੇ ਪਰ ਇੱਕੋ ਦਿਸ਼ਾ ਵਿੱਚ, ਅਲੱਗ-ਅਲੱਗ ਵਸਤਾਂ 'ਤੇ ਉਲਟ ਦਿਸ਼ਾ ਵਿੱਚ, ਇੱਕੋ ਵਸਤੂ 'ਤੇ ਇੱਕ ਹੀ ਦਿਸ਼ਾ ਵਿੱਚ। ਕਿਹੜਾ ਵੀ ਨਿਊਟਨ ਦਾ ਤੀਸਰਾ ਗਤੀ ਨਿਯਮ ਹੈ ਇਹ, ਅਲੱਗ-ਅਲੱਗ ਵਸਤਾਂ 'ਤੇ ਉਲਟ ਦਿਸ਼ਾ ਵਿੱਚ ਕਿਰਿਆ ਅਤੇ ਪ੍ਰਤੀਕਿਰਿਆ ਵੱਲ ਲੱਗਦੇ ਹਨ। ਇੱਕ ਯਾਤਰੀ ਚੱਲਦੀ ਬੱਸ ਵਿੱਚੋਂ ਸਿੱਕਾ ਉਛਾਲਦਾ ਹੈ, ਜਿਹੜਾ ਉਹਦੇ ਪਿੱਛੇ ਡਿੱਗਦਾ ਹੈ। ਇਸ ਤੋਂ ਕੀ ਭਾਵ ਹੈ, ਬੱਸ ਇੱਕ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ, ਬੱਸ ਦਾ ਵੇਗ ਵੱਧ ਰਿਹਾ ਹੈ, ਬੱਸ ਦਾ ਵੇਗ ਘਟ ਰਿਹਾ ਹੈ, ਬੱਸ ਚੱਕਰਾਕਾਰ ਗਤੀ ਕਰ ਰਹੀ ਹੈ। ਕੀ ਹੈ ਵੀ, ਇਹ ਸੌਖਾ ਹੀ ਹੈ। ਕੀ ਹੈ, ਜੇ ਪਿੱਛੇ ਨੂੰ ਡਿੱਗਦਾ ਤਾਂ ਬੱਸ ਦਾ ਵੇਗ ਵੱਧ ਰਿਹਾ ਹੈ। 108 ਨੰਬਰ ਕੁਐਸਚਨ ਦੇਖੋ ਬੇਟਾ, ਇੱਕ ਬਿਜਲੀ ਬਲਬ ਦਾ ਫਿਲਾਮੈਂਟ 2 ਐਂਪੀਅਰ ਦਾ ਕਰੰਟ ਲੈਂਦਾ ਹੈ। 8 ਸਕਿੰਟਾਂ ਵਿੱਚ ਉਸਦੇ ਫਿਲਾਮੈਂਟ ਵਿੱਚੋਂ ਕਿੰਨੇ ਇਲੈਕਟ੍ਰੋਨ ਲੰਘ ਜਾਣਗੇ। ਠੀਕ ਹੈ, ਪਹਿਲਾਂ ਆਪਾਂ ਚਾਰਜ ਕੱਢਦੇ ਹਾਂ, ਫਿਰ ਚਾਰਜ ਦੇ ਹਿਸਾਬ ਨਾਲ ਆਪਾਂ ਇਲੈਕਟ੍ਰੋਨ ਕੱਢਾਂਗੇ। ਠੀਕ ਹੈ ਬੇਟਾ, ਕਰੰਟ ਹੈ ਜੋ ਆਪਾਂ ਨੂੰ 2 ਐਂਪੀਅਰ ਦਿੱਤਾ ਹੈ, ਟਾਈਮ ਆ ਜਿਹੜਾ ਉਹ ਆਪਾਂ ਨੂੰ ਕਿੰਨਾ ਦਿੱਤਾ ਹੈ, 8 ਸੈਕਿੰਡ। ਠੀਕ ਹੈ, ਕਰੰਟ ਕੀ ਹੁੰਦਾ ਵੀ, ਬਿਜਲੀ ਧਾਰਾ I = Q/T ਹੁੰਦੀ ਹੈ, ਮਤਲਬ ਚਾਰਜ ਵਟਾ ਸਮਾਂ, ਜਾਂ ਆਪਾਂ ਕਹੀਏ Q = I/T ਹੁੰਦਾ ਹੈ। ਠੀਕ ਹੈ, Q ਕੱਢ ਲਓ, I ਕਿੰਨਾ ਆਪਣੇ ਕੋਲ 2, ਟਾਈਮ ਆਪਣੇ ਕੋਲ ਕਿੰਨਾ 8, ਮਤਲਬ 16 ਕੂਲਮ ਚਾਰਜ, ਅਤੇ ਆਪਾਂ ਦੱਸਣਾ ਵੀ ਕਿੰਨੇ ਇਲੈਕਟ੍ਰੋਨ ਲੰਘਣਗੇ। ਠੀਕ ਹੈ, ਇਹ ਤੁਸੀਂ ਨੋਟ ਕਰ ਲਓ ਆਪਣੀ ਕਾਪੀ 'ਤੇ, ਚਾਰਜ = 16 ਕੂਲਮ। ਅੱਗੇ, ਇੱਕ ਇਲੈਕਟ੍ਰੋਨ ਦੇ ਵਿੱਚ
ਇੱਕ ਇਲੈਕਟ੍ਰੋਨ 'ਤੇ ਕਿੰਨਾ ਚਾਰਜ ਹੁੰਦਾ? 1.6 ਗੁਣਾ 10⁻⁻19 ਕੂਲਮ ਚਾਰਜ ਹੁੰਦਾ ਹੈ। ਠੀਕ ਹੈ, ਜਾਂ ਆਪਾਂ ਕਹੀਏ ਵੀ 1 ਕੂਲਮ ਚਾਰਜ ਦੇ ਵਿੱਚੋਂ 1/1.6 ਗੁਣਾ 10⁻⁻19 ਇਲੈਕਟ੍ਰੋਨ ਲੰਘ ਜਾਂਦੇ ਨੇ। ਠੀਕ ਹੈ, 1 ਕੂਲਮ ਦੇ ਵਿੱਚ ਤਾਂ 16 ਕੂਲਮ 'ਚ ਕਿੰਨੇ ਲੰਘਣਗੇ? 16/1.6 ਗੁਣਾ 10⁻⁻19 ਇਲੈਕਟ੍ਰੋਨ। ਠੀਕ ਹੈ, ਆਹ 1.6 ਆ ਜਿਹੜਾ, ਇਹ 16 ਬਣ ਜੂਗਾ, 10 ਉੱਪਰ ਚਲਾ ਜਾਊਗਾ। ਠੀਕ ਹੈ, 16 ਨਾਲ 16 ਕੈਂਸਲ, 10⁻⁻19 ਆ, ਉੱਪਰ ਜਾ ਕੇ ਇਹ ਪਲੱਸ ਦਾ 19 ਬਣ ਜੂ। 1 10 ਉੱਪਰ ਇੱਕ ਹੋਰ ਪਈ ਹੈ, ਮਤਲਬ ਕੀ ਬਣ ਜੂ 10⁻1 ਗੁਣਾ 10⁻19, ਮਤਲਬ ਕਿੰਨਾ ਬਣ ਜੂ 10⁻20 ਇਲੈਕਟ੍ਰੋਨ। ਠੀਕ ਹੈ, ਮਤਲਬ 2 ਐਂਪੀਅਰ ਜੇ ਕਰੰਟ ਲੰਘ ਰਿਹਾ 8 ਸੈਕਿੰਡਾਂ ਵਿੱਚ, ਉਸ ਦੇ ਫਿਲਾਮੈਂਟ ਵਿੱਚੋਂ 10⁻20 ਇਲੈਕਟ੍ਰੋਨ ਲੰਘ ਜਾਣਗੇ। ਠੀਕ ਹੈ ਬੇਟਾ, ਅਤੇ ਇਹਦੇ ਲਈ ਦੂਜੀ ਪਹਿਲੀ ਆਪਸ਼ਨ ਸਹੀ ਬਣੇਗੀ। ਵੋਲਟੇਜ ਨੂੰ ਅਸੀਂ ਲਿਖ ਸਕਦੇ ਹਾਂ, ਵੋਲਟੇਜ ਨੂੰ ਅਸੀਂ ਲਿਖ ਸਕਦੇ ਹਾਂ ਕੀਤਾ ਗਿਆ ਕਾਰਜ ਬਟਾ ਕਰੰਟ ਗੁਣਾ ਸਮਾਂ। ਹੁਣ ਮੈਂ ਤੁਹਾਨੂੰ ਇਹ ਕਰਕੇ ਦਿਖਾਉਣਾ ਵੀ ਕਿਵੇਂ ਕੀਤਾ ਗਿਆ ਕਾਰਜ, ਮਤਲਬ W ਬਟਾ ਕਰੰਟ ਆਪਾਂ I ਨਾਲ ਲਿਖਦੇ ਹਾਂ, T ਸਮਾਂ T ਨਾਲ। ਠੀਕ ਹੈ, ਇਹਦੇ ਵਿੱਚੋਂ ਇਹ ਦੇਖੋ ਕਾਰਜ ਬਟਾ ਸਮਾਂ ਬਰਾਬਰ ਕੀ ਹੁੰਦਾ? ਪਾਵਰ, ਸ਼ਕਤੀ। ਕਿਸੇ ਕੰਮ ਨੂੰ ਕਰਨ ਦੀ ਦਰ, ਕੰਮ ਨੂੰ ਕਰਨ ਦੀ ਦਰ ਕਹਾਂਗੇ ਉਹ ਕੀ ਹੁੰਦੀ ਹੈ? ਸ਼ਕਤੀ। ਕੰਮ ਨੂੰ ਕਰਨ ਦੀ ਸਮਰੱਥਾ ਹੀ ਸ਼ਕਤੀ ਹੁੰਦੀ ਹੈ। ਤਾਂ ਵਰਕ ਅਪੋਨ ਟਾਈਮ ਨੂੰ ਆਪਾਂ ਕੀ ਲਿਖ ਸਕਦੇ ਹਾਂ? ਕਾਰਜ ਬਟੇ ਸਮੇਂ ਨੂੰ ਆਪਾਂ ਕੀ ਲਿਖ ਸਕਦੇ ਹਾਂ? ਸ਼ਕਤੀ ਜਾਂ ਪਾਵਰ, P/I ਵਿਚ ਇਜ਼ ਇਕੁਅਲ ਟੂ V ਹੁੰਦਾ। ਉਹੀ ਆਪਾਂ ਦੱਸਣਾ ਵੋਲਟੇਜ ਹੁੰਦਾ ਨਾ। ਫਾਰਮੂਲਾ ਪੜ੍ਹਦੇ ਹਾਂ P=VI। ਠੀਕ ਹੈ, ਤਾਂ ਉੱਥੋਂ ਆਪਾਂ ਕੱਢ ਸਕਦੇ ਹਾਂ V=P/I। ਤਾਂ ਇੱਥੋਂ ਆਪਣੇ ਕੋਲ P/I ਬਣ ਗਿਆ। P/I ਦਾ ਮਤਲਬ ਵੋਲਟੇਜ ਬਣ ਗਈ। ਠੀਕ ਹੈ, ਆਪਾਂ ਤਾਂ ਤੀਜੀ ਆਪਸ਼ਨ ਇਹਦੇ ਲਈ ਸਹੀ ਹੈ। 110 ਨੰਬਰ ਕੁਐਸਚਨ ਦੇਖੋ, ਇੱਕ ਲੰਬੇ ਸਿੱਧੇ ਕਰੰਟ ਵਾਹਕ ਸੋਲੇਨੋਇਡ ਵਿਚਲੇ ਚੁੰਬਕੀ ਖੇਤਰ ਦੀ ਸ਼ਕਤੀ, ਪਹਿਲੀ ਆਪਸ਼ਨ ਮੱਧ ਵਿੱਚ ਘੱਟ ਤੋਂ ਘੱਟ ਹੁੰਦੀ ਹੈ, ਕੇਂਦਰ ਨਾਲ ਸਿਰਿਆਂ ਤੋਂ ਵੱਧ ਹੁੰਦੀ ਹੈ, ਹਰ ਬਿੰਦੂ 'ਤੇ ਸਮਾਨ ਹੁੰਦੀ ਹੈ, ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਵੱਧਦੀ ਜਾਂਦੀ ਹੈ। ਕੀ ਹੁੰਦੀ ਹੈ ਵੀ? ਹਰ ਬਿੰਦੂ 'ਤੇ ਸਮਾਨ ਹੁੰਦੀ ਹੈ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਸ ਸਥਿਤੀ ਵਿੱਚ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਇੱਕ ਸਮਾਨ ਹੁੰਦੇ ਨੇ? ਇੱਕ ਪੈਂਡੂਲਮ ਦੀ ਗਤੀ ਵਿੱਚੋਂ ਨਹੀਂ, ਪੈਂਡੂਲਮ ਦੀ ਗਤੀ ਐਵੇਂ ਹੋ ਗਈ, ਆਹ ਤਾਂ ਹੋਈ ਇਹਦੀ ਦੂਰੀ, ਪਰ ਇਹਦਾ ਵਿਸਥਾਪਨ ਹੋ ਗਿਆ ਇਹ, ਇੱਕ ਸਮਾਨ ਨਹੀਂ ਹਨ। ਠੀਕ ਹੈ, ਚੰਨ ਵਾਲੇ ਚੱਕਰਾਕਾਰ ਗਤੀ, ਆਹ ਹੋ ਗਈ ਦੂਰੀ, ਆਹ ਹੋ ਜੂਗਾ ਵਿਸਥਾਪਨ, ਇਹ ਵੀ ਨਹੀਂ ਹੈ। ਝੂਲੇ ਵਿੱਚ ਗਲੀ, ਇਹ ਵੀ ਨਹੀਂ ਹੈ। ਇੱਕ ਬੱਸ ਦੀ ਸਿੱਧੀ ਸੜਕ ਉੱਪਰ ਗਤੀ ਕਰਦੇ ਹੋਏ, ਉੱਥੇ ਦੂਰੀ ਦੇ ਵਿਸਥਾਪਨ ਦੋਨੋਂ ਬਰਾਬਰ ਹੋ ਜਾਣਗੇ। ਠੀਕ ਹੈ ਬੇਟਾ, ਸਮੁੰਦਰੀ ਤਾਪ ਊਰਜਾ ਦਾ ਕਾਰਨ ਹੈ। ਪਹਿਲਾ ਆਪਸ਼ਨ ਸਮੁੰਦਰ ਵਿੱਚ ਲਹਿਰਾਂ ਦੀਆਂ ਦੁਆਰਾ ਜਮ੍ਹਾਂ ਜਾਂ ਸਟੋਰ ਕੀਤੀ ਊਰਜਾ, ਸਮੁੰਦਰ ਵਿੱਚ ਵੱਖ-ਵੱਖ ਪੱਧਰ 'ਤੇ ਦਬਾਅ ਦਾ ਅੰਤਰ, ਸਮੁੰਦਰ ਵਿੱਚ ਉੱਠਦੇ ਜਵਾਰ ਭਾਟੇ, ਸਮੁੰਦਰ ਵਿੱਚ ਵੱਖ-ਵੱਖ ਪੱਧਰ 'ਤੇ ਤਾਪਮਾਨ ਦਾ ਅੰਤਰ। ਕਿਹੜੀ ਆਪਸ਼ਨ ਸਹੀ ਹੈ? ਚੌਥੀ ਆਪਸ਼ਨ। ਸਮੁੰਦਰ ਦੇ ਵੱਖ-ਵੱਖ ਪੱਧਰਾਂ 'ਤੇ ਤਾਪਮਾਨ ਦਾ ਅੰਤਰ ਹੁੰਦਾ, ਜਿਸ ਕਰਕੇ ਸਮੁੰਦਰੀ ਤਾਪ ਊਰਜਾ ਪੈਦਾ ਹੁੰਦੀ ਹੈ। ਨਿਊਕਲੀਅਰ ਊਰਜਾ ਨੂੰ ਵਰਤੋਂ ਵਿੱਚ ਲਿਆਉਣ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ: ਫਸਟ, ਨਿਊਕਲੀਅਰ ਨੂੰ ਤੋੜਨਾ, ਨਿਊਕਲੀਅਰ ਕਿਰਿਆਵਾਂ ਨੂੰ ਚਾਲੂ ਰੱਖਣਾ, ਵਰਤੇ ਹੋਏ ਨਿਊਕਲੀਅਸ ਬਾਲਣ ਦਾ ਸਹੀ ਨਿਪਟਾਰਾ, ਨਿਊਕਲੀ ਊਰਜਾ ਦਾ ਬਿਜਲੀ ਊਰਜਾ ਵਿੱਚ ਪਰਿਵਰਤਨ। ਕਿਹੜੀ ਵੱਡੀ ਸਮੱਸਿਆ ਵੀ? ਜਿਹੜਾ ਆਪਾਂ ਨਿਊਕਲੀਅਸ ਵਰਤ ਲਿਆ ਉਹਦਾ ਕੋਈ ਨਿਪਟਾਰਾ ਨਹੀਂ ਹੁੰਦਾ, ਨਿਊਕਲੀਅਰ ਬਾਲਣ ਦਾ ਸਹੀ ਨਿਪਟਾਰਾ ਨਹੀਂ ਹੋ ਸਕਦਾ। ਠੀਕ ਹੈ, ਇਹ ਇੱਕ ਵੱਡੀ ਸਮੱਸਿਆ ਹੈ। ਅੱਗੇ 114 ਨੰਬਰ ਕੁਐਸਚਨ, ਮੈਗਨੀਸ਼ੀਅਮ 2 ਪੋਜ਼ੀਟਿਵ, ਐਲੂਮੀਨੀਅਮ 3 ਪੋਜ਼ੀਟਿਵ ਵਿੱਚੋਂ ਕ੍ਰਮਵਾਰ ਕਿਸ ਦਾ ਆਕਾਰ ਸਭ ਤੋਂ ਵੱਡਾ ਅਤੇ ਕਿਸ ਦਾ ਆਕਾਰ ਸਭ ਤੋਂ ਛੋਟਾ ਹੈ? ਪਹਿਲਾਂ ਆਪਾਂ ਇਹਨਾਂ ਦੇ ਵਿੱਚ ਦੇਖ ਲੈਂਦੇ ਹਾਂ ਬੇਟਾ ਵੀ ਪ੍ਰੋਟੋਨ ਕਿੰਨੇ ਨੇ ਅਤੇ ਇਲੈਕਟ੍ਰੋਨ ਕਿੰਨੇ ਨੇ। ਠੀਕ ਹੈ, ਪ੍ਰੋਟੋਨ ਅਤੇ ਇਲੈਕਟ੍ਰੋਨ ਪਰਮਾਣੂ ਅੰਕ ਦੇ ਬਰਾਬਰ ਹੀ ਹੁੰਦੇ ਨੇ। ਇਹਦੇ ਵਿੱਚ ਪਰਮਾਣੂ ਅੰਕ 12 ਹੈ, ਤਾਂ 12 ਹੀ ਇਲੈਕਟ੍ਰੋਨ ਨੇ। ਇਹਦਾ 12 ਪਰਮਾਣੂ ਅੰਕ ਹੈ, 2 ਨਿਕਲ ਗਏ, 2 ਇਲੈਕਟ੍ਰੋਨ ਇਹਨੇ ਦੇ ਤੇ, ਤਾਂ 10 ਰਹਿ ਗਏ। ਇਹਦਾ ਪਰਮਾਣੂ ਅੰਕ 13 ਹੈ, ਇਹਦੇ 13 ਦੇ ਵਿੱਚੋਂ ਇਹਨੇ 2 ਦੇ ਤੇ, 10 ਹੀ ਰਹਿ ਗਏ। ਠੀਕ ਹੈ, ਹੁਣ ਦੇਖਦੇ ਹਾਂ ਆਪਾਂ। ਮੈਗਨੀਸ਼ੀਅਮ ਦਾ ਪਰਮਾਣੂ ਅੰਕ ਸਭ ਤੋਂ ਜ਼ਿਆਦਾ ਹੈ, ਕਿਉਂ?
क्योंकि इन्हां दे विच इलैक्ट्रॉन घट ने, ठीक है, घट ने ना, तो इन्हां दा साइज छोटा होगा। कि जे इलैक्ट्रॉन घट ने तो प्रोटोन ज़्यादा ने, तो प्रोटोन न्यूक्लियस है जिहड़ा इलैक्ट्रॉन नूं अपने वल खिੱਚ लूगा, तो उस करके इन्हां दा साइज घट होऊगा 10 वालिਆਂ ਦਾ ਇਹਦੇ ਨਾਲੋਂ। 13 वाले ਦਾ क्यों घट है? मैगनीशियम ਦਾ, ਐਲੂਮੀਨੀਅਮ ਦਾ मैगनीशियम ਨਾਲ क्यों घट है भी? क्योंकि ਜਦੋਂ ਆਪਾਂ ਆਵਰਤੀ ਸਾਰਨੀ ਦੇ ਵਿੱਚ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ ਤਾਂ ਜਿਹੜਾ ਇਲੈਕਟ੍ਰੋਨ ਆ ਉਸੇ ਸ਼ੈੱਲ ਦੇ ਵਿੱਚ ਪ੍ਰਵੇਸ਼ ਕਰਦਾ, ਤਾਂ ਉਸ ਕਰਕੇ ਸਾਈਜ਼ ਆ ਜਿਹੜਾ ਉਹ ਘਟਦਾ ਜਾਂਦਾ, ਠੀਕ ਹੈ। ਖੱਬੇ ਤੋਂ ਸੱਜੇ ਸਾਈਜ਼ ਘਟਦਾ। ਉਹ ਸਭ ਤੋਂ ਵੱਡਾ ਸਾਈਜ਼ ਕਿਹਦਾ? ਮੈਗਨੀਸ਼ੀਅਮ ਦਾ। ਐਵੇਂ ਐਲੂਮੀਨੀਅਮ 3 ਪੋਜ਼ੀਟਿਵ ਦੇ ਵਿੱਚ 10 ਇਲੈਕਟ੍ਰੋਨ ਉਹਨੇ ਖਿੱਚਣੇ ਨੇ, ਉਹਦੇ ਕੋਲ ਪ੍ਰੋਟੋਨ ਆ ਜਿਹੜੇ ਉਹ 13 ਨੇ, ਇਲੈਕਟ੍ਰੋਨ ਰਹਿ ਗਏ 10, 13 ਨੇ 10 ਖਿੱਚਣੇ ਨੇ, ਤਾਂ ਇਸ ਕਰਕੇ ਇਹਦਾ ਸਾਈਜ਼ ਸਭ ਤੋਂ ਛੋਟਾ ਹੈ। ਇਹਦੇ ਲਈ ਥਰਡ ਆਪਸ਼ਨ ਸਹੀ ਬਣੇਗੀ। ਅਗਲਾ ਕੁਐਸਚਨ, ਹੇਠ ਲਿਖੇ ਕਥਨਾਂ ਵਿੱਚੋਂ ਆਧੁਨਿਕ ਆਵਰਤੀ ਸਾਰਣੀ ਕਿਹੜਾ ਕਥਨ ਸਹੀ ਨਹੀਂ ਹੈ? ਪਹਿਲਾ, ਆਧੁਨਿਕ ਆਵਰਤੀ ਸਾਰਣੀ ਵਿੱਚ ਤੱਤਾਂ ਨੂੰ ਉਹਨਾਂ ਦੇ ਘਟਦੇ ਪਰਮਾਣੂ ਅੰਕਾਂ ਅਨੁਸਾਰ ਕ੍ਰਮਬੱਧ ਕੀਤਾ ਜਾਂਦਾ ਹੈ। ਗਲਤ ਹੈ, ਵੱਧਦੇ ਪਰਮਾਣੂ ਅੰਕਾਂ 'ਚ ਲਗਾਇਆ ਜਾਂਦਾ ਹੈ। ਆਧੁਨਿਕ ਆਵਰਤੀ ਸਾਰਣੀ ਵਿੱਚ ਤੱਤਾਂ ਨੂੰ ਉਹਨਾਂ ਦੇ ਪਰਮਾਣੂ ਪੁੰਜਾਂ ਅਨੁਸਾਰ, ਗਲਤ ਹੈ, ਪਰਮਾਣੂ ਅੰਕਾਂ ਅਨੁਸਾਰ ਲਗਾਇਆ ਗਿਆ ਹੈ। ਆਧੁਨਿਕ ਆਵਰਤੀ ਸਾਰਣੀ ਵਿੱਚ ਆਈਸੋਟੋਪਾਂ ਨਾਲ ਲੱਗਦੇ ਜਾਂ ਅਲੱਗ-ਅਲੱਗ ਗਰੁੱਪਾਂ ਵਿੱਚ ਰੱਖਿਆ ਗਿਆ, ਇਹ ਵੀ ਕੀ ਹੈ? ਗਲਤ ਹੈ। ਆਧੁਨਿਕ ਆਵਰਤੀ ਸਾਰਣੀ ਵਿੱਚ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਅੰਕਾਂ ਅਨੁਸਾਰ ਕ੍ਰਮਬੱਧ ਕੀਤਾ ਗਿਆ, ਇਹ ਸਟੇਟਮੈਂਟ ਕੀ ਹੈ? ਸਹੀ ਹੈ। ਆਪਾਂ ਦੱਸਣਾ ਵੀ ਕਿਹੜੀ ਸਹੀ ਨਹੀਂ ਹੈ। ਕਿਹੜੀਆਂ ਸਹੀ ਨਹੀਂ ਹਨ ਵੀ? ਪਹਿਲੀ, ਦੂਜੀ ਅਤੇ ਤੀਜੀ ਸਹੀ ਨਹੀਂ ਹੈ, ਤਾਂ ਇਹਦੇ ਲਈ ਦੂਜੀ ਆਪਸ਼ਨ ਸਹੀ ਬਣੇਗੀ। ਅਗਲਾ, ਐਲੂਮੀਨੋਥਰਮਾਈਟ ਪ੍ਰਕਿਰਿਆ ਵਿੱਚ ਐਲੂਮੀਨੀਅਮ ਦੀ ਵਰਤੋਂ ਕਿਸ ਵਜੋਂ ਹੁੰਦੀ ਹੈ? ਠੀਕ ਹੈ, ਐਲੂਮੀਨੋਥਰਮਾਈਟ ਪ੍ਰਕਿਰਿਆ ਹੈ ਜੋ, ਉਹਦੇ ਵਿੱਚ ਐਲੂਮੀਨੀਅਮ ਦੀ ਵਰਤੋਂ ਹੁੰਦੀ ਹੈ, ਕਿਸ ਵਜੋਂ ਹੁੰਦੀ ਹੈ ਉਹ ਆਪਾਂ ਦੱਸਣਾ। ਕਿਸ ਵਜੋਂ ਹੁੰਦੀ ਹੈ ਬੇਟਾ? ਆਪਾਂ ਪਹਿਲਾਂ ਵੀ ਇਹ ਡਿਸਕਸ ਕਰ ਚੁੱਕੇ ਹਾਂ ਵੀਡੀਓ ਦੇ ਵਿੱਚ। ਲਘੂ ਕਾਰਕ ਵਜੋਂ ਇਹ ਵਰਤਿਆ ਜਾਂਦਾ, ਮਤਲਬ ਇਹ ਲਘੂ ਕਰਨ ਦੇ ਵਿੱਚ ਮਦਦ ਕਰਦਾ। ਪਾਣੀ ਦੇ ਸਭ ਤੋਂ ਵੱਧ ਅਣੂ ਕਿਹਦੇ ਵਿੱਚ ਹੋਣਗੇ? ਕਾਫੀ ਸੌਖਾ ਵੀ ਹੈ, ਇੰਪੋਰਟੈਂਟ ਵੀ ਹੈ। 18 ਮੋਲ ਪਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਹੋਣਗੇ, ਕਿਉਂਕਿ ਇੱਕ ਦੇ ਵਿੱਚ 6.022 ਗੁਣਾ 10 ਦੀ ਘਾਤ 23 ਹੁੰਦੇ ਆ, ਤਾਂ 18 ਦੇ ਵਿੱਚ 18 ਨਾਲ ਗੁਣਾ ਹੋਊਗੀ ਸਿੱਧੀ, ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੋਣਗੇ। ਠੀਕ ਹੈ ਬੇਟਾ, ਕਲੀਅਰ? ਅਤੇ ਇਹਦੇ ਲਈ 18 ਮੋਲ ਪਾਣੀ ਤਰਾਏਗਾ, ਦੂਜੀ ਆਪਸ਼ਨ। ਹੇਠਾਂ ਦਿੱਤੀ ਗਈ ਰਸਾਇਣਕ ਸਮੀਕਰਨ ਕਿਸ ਤਰ੍ਹਾਂ ਦੀ ਕਿਰਿਆ ਨੂੰ ਦਰਸਾਉਂਦੀ ਹੈ? 4m + 3O2 2m2O3। m ਇੱਕ ਧਾਤ ਹੈ। ਪਹਿਲਾਂ ਤਾਂ ਇਹ ਸੰਯੋਜਨ ਕਿਰਿਆ, ਮਤਲਬ ਦੋ ਜੁੜ ਕੇ ਸੰਯੋਜਨ ਹੋ ਕੇ ਇੱਕ ਤੀਜਾ ਬਣਿਆ, ਸੰਯੋਜਨ ਕਿਰਿਆ ਹੈ। ਦੂਜਾ ਵੀ ਇਹ ਇੱਕ ਆਕਸੀਕਰਨ ਕਿਰਿਆ, ਮਤਲਬ ਆਕਸੀਜਨ ਦੀ ਕੀ ਹੋਈ ਹੈ? ਐਡੀਸ਼ਨ ਹੋਈ ਹੈ, ਆਕਸੀਜਨ ਜੁੜਿਆ। ਕਿਹੜੀ ਕਿਰਿਆ ਇਹ? ਸੰਯੋਜਨ ਅਤੇ ਆਕਸੀਕਰਨ ਕਿਰਿਆ। ਪਹਿਲੀ ਆਪਸ਼ਨ ਸਹੀ ਬਣੂਗੀ। ਸਹੀ ਆਕਸੀਕਾਰਕ ਅਤੇ ਲਘੂ ਕਾਰਕ ਦੀ ਹੇਠ ਲਿਖੀ ਸਮੀਕਰਨ ਵਿੱਚ ਪਛਾਣ ਕਰੋ। ਕਿਹੜਾ ਵੀ ਲਘੂ ਕਾਰਕ ਆ ਜਿਹੜਾ ਉਹ ਲੈਡ ਸਲਫਾਈਡ ਲਘੂ ਕਾਰਕ ਹੈ। ਦੇਖੋ ਕਿਵੇਂ ਆ? ਲੈਡ ਸਲਫਾਈਡ ਲਘੂ ਕਾਰਕ ਹੈ ਕਿਉਂਕਿ ਇਹਦੇ ਵਿੱਚ ਇਹਦਾ ਆਕਸੀਕਰਨ ਹੋਇਆ, ਇਹਦੇ ਵਿੱਚ ਆਕਸੀਜਨ ਜੁੜ ਗਈ। ਜਿਹਦਾ ਆਕਸੀਕਰਨ ਹੁੰਦਾ ਉਹ ਲਘੂ ਕਾਰਕ ਹੁੰਦਾ। ਠੀਕ ਹੈ ਬੇਟਾ, ਅਤੇ ਇਹਦੇ ਲਈ ਤੀਜੀ ਆਪਸ਼ਨ ਸਹੀ ਬਣੂਗੀ। ਜਿਹੜਾ H2O2 ਹੈ, ਹਾਈਡਰੋਜਨ ਪਰਆਕਸਾਈਡ, ਇਹਦੀ ਕੀ ਹੋਈ ਹੈ? ਇਹਦੇ ਵਿੱਚੋਂ ਆਕਸੀਜਨ ਨਿਕਲ ਗਈ, ਮਤਲਬ ਇਹਦਾ ਕੀ ਹੋਇਆ? ਲਘੂਕਰਨ ਹੋਇਆ ਨਾ, ਮਤਲਬ ਇਹ ਆਕਸੀਕਾਰਕ ਵਜੋਂ ਕੰਮ ਕਰਦੀ ਹੈ, ਕਿਉਂਕਿ ਇਹਦੇ ਵਿੱਚੋਂ ਆਕਸੀਜਨ ਨਿਕਲ ਗਈ, ਤਾਂ ਇਹ ਲਘੂਕਰਨ ਹੋ ਗਿਆ। ਇਹ ਆਕਸੀਕਾਰਕ ਵਜੋਂ ਕੰਮ ਕਰੇਗੀ। ਤੀਜੀ ਆਪਸ਼ਨ ਇਹਦੇ ਲਈ ਸਹੀ ਬਣੂਗੀ। ਚਾਂਦੀ ਦੀਆਂ ਵਸਤਾਂ ਲੰਬੇ ਸਮੇਂ ਤੱਕ ਪਾਣੀ ਵਿੱਚ ਰਹਿਣ 'ਤੇ ਕਾਲੀਆਂ ਹੋ ਜਾਂਦੀਆਂ ਹਨ। ਅਜਿਹਾ ਕਹਿੰਦੇ ਕਿਸ ਯੋਗਕ ਦੇ ਬਣਨ ਕਾਰਨ ਹੁੰਦਾ ਹੈ? ਕਾਫੀ ਇੰਪੋਰਟੈਂਟ ਹੈ ਇਹ। ਕਿਸ ਯੋਗਕ ਦੇ ਬਣਨ ਕਾਰਨ ਹੁੰਦਾ ਬੇਟਾ ਇਹ? ਸਿਲਵਰ ਸਲਫਾਈਡ ਦੇ ਬਣਨ ਕਾਰਨ ਹੁੰਦਾ, Ag2S। ਅਗਲਾ 121 ਨੰਬਰ, 160 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਵਿੱਚ ਕਿੰਨੇ ਮੋਲ ਸੋਡੀਅਮ ਹਾਈਡਰੋਕਸਾਈਡ ਦੇ ਹੋਣਗੇ? ਠੀਕ ਹੈ, ਤਾਂ ਨੰਬਰ ਆਫ ਮੋਲ ਕੱਢਣ ਦਾ ਫਾਰਮੂਲਾ ਹੁੰਦਾ ਮੋਲਰ ਮਾਸ ਅਪੋਨ ਮੋਲੀਕੂਲਰ ਮਾਸ, ਮਤਲਬ ਮੋਲਰ ਪੁੰਜ ਅਤੇ ਅਣੂਆਂ ਦਾ ਪੁੰਜ ਜਿਹੜਾ ਅਸਲ ਬਣਦਾ ਉਹਦਾ ਉਹ ਕਿੰਨਾ। ਠੀਕ ਹੈ,
ਤਾਂ ਨੰਬਰ ਆਫ ਮੋਲ ਦਿੱਤਾ ਕਿੰਨਾ ਵੀ ਸਮੋਲ ਐਮ ਕਿੰਨਾ 160, ਵੈਸੇ ਇਹਦਾ ਮੋਲ ਕਿੰਨਾ ਸੋਡੀਅਮ ਦਾ 23 ਹੁੰਦਾ, ਆਕਸੀਜਨ ਦਾ 16, ਹਾਈਡਰੋਜਨ ਦਾ 1, ਕਿੰਨਾ ਹੋ ਗਿਆ ਵੀ 23 ਤੇ 24, 24 ਤੇ 16 40, ਠੀਕ ਹੈ ਹੁਣ 40 ਗ੍ਰਾਮ ਹੋ ਗਿਆ। ਤਾਂ 40 ਨਾਲ ਭਾਗ ਕਰ ਦਾਂਗੇ, ਕੱਟ ਕੇ ਕਿੰਨਾ ਆ ਜਾਊਗਾ 4, ਠੀਕ ਹੈ ਮਤਲਬ ਕਿੰਨੇ ਮੋਲ ਹੋਣਗੇ ਇਹਦੇ ਵਿੱਚ 4 ਮੋਲ ਹੋਣਗੇ। ਪਹਿਲੀ ਆਪਸ਼ਨ ਸਹੀ ਬਣੂਗੀ। ਬਨਸਪਤੀ ਤੇਲਾਂ ਦੀ ਹਾਈਡਰੋਜਨ ਨਾਲ ਨਿਕਲ ਉਤਪ੍ਰੇਰਕ ਦੀ ਉਪਸਥਿਤੀ ਵਿੱਚ ਕਿਰਿਆ ਨਾਲ ਘਿਓ ਬਣਦਾ ਹੈ। ਇਹ ਕਿਸ ਤਰ੍ਹਾਂ ਦੀ ਰਸਾਇਣਕ ਕਿਰਿਆ ਦੀ ਉਦਾਹਰਨ ਹੈ? ਕਿਸ ਤਰ੍ਹਾਂ ਦੀ ਰਸਾਇਣਕ ਕਿਰਿਆ ਦੀ ਉਦਾਹਰਨ ਹੈ ਵੀ ਜੁੜਦਾ ਨਾ ਹਾਈਡਰੋਜਨ ਇਹਦੇ ਵਿੱਚ, ਤਾਂ ਇਹ ਕਿਸ ਪ੍ਰਕਾਰ ਦੀ ਉਦਾਹਰਨ ਹੈ? ਜੁੜਾਤਮਕ ਕਿਰਿਆ। 286 ਇਲੈਕਟ੍ਰੋਨੀ ਤਰਤੀਬ ਹੇਠ ਲਿਖੇ ਕਿਸ ਤੱਤ ਨਾਲ ਸੰਬੰਧਿਤ ਹੈ? 286 ਇਹ ਇਲੈਕਟ੍ਰੋਨੀ ਤਰਤੀਬ ਹੈ ਜਿਹਨਾਂ ਦਾ ਜੋੜ ਕੀ ਬਣ ਜੂਗਾ ਪਰਮਾਣੂ ਅੰਕ, ਮਤਲਬ ਪਰਮਾਣੂ ਅੰਕ ਕਿੰਨਾ ਬਣ ਜੂ 16, 16 ਪਰਮਾਣੂ ਅੰਕ ਇਹਦਾ ਵੀ ਸਲਫਰ ਦਾ ਹੈ, ਤਾਂ ਇਹਦੇ ਲਈ ਸਲਫਰ ਆ ਜਿਹੜਾ ਸਹੀ ਆਪਸ਼ਨ ਆਊਗੀ ਦੂਜੀ। ਇੱਕ ਸਾਬਣ ਦੇ ਅਣੂ ਵਿੱਚ ਹੁੰਦਾ ਹੈ ਜਲ ਵਿਰੋਧੀ ਸਿਰਾ ਤੇ ਜਲ ਵਿਰੋਧੀ ਪੂਛ, ਜਲ ਵਿਰੋਧੀ ਸਿਰਾ ਜਲ ਸਨੇਹੀ ਪੂਛ, ਜਲ ਸਨੇਹੀ ਸਿਰਾ ਜਲ ਸਨੇਹੀ ਪੂਛ, ਜਲ ਸਨੇਹੀ ਸਿਰਾ ਤੇ ਜਲ ਵਿਰੋਧੀ ਪੂਛ, ਕਿਹੜਾ ਹੁੰਦਾ ਵੀ ਲਾਸਟ ਆਪਸ਼ਨ ਇਹਦੇ ਲਈ ਸਹੀ ਹੈ। ਮਤਲਬ ਜਿਹੜਾ ਉਹਦਾ ਹੈੱਡ ਹੁੰਦਾ ਉਹ ਪਾਣੀ ਵੱਲ ਨੂੰ ਆਕਰਸ਼ਿਤ ਹੁੰਦਾ, ਜਲ ਸਨੇਹੀ ਹੁੰਦਾ ਸਿਰਾ, ਅਤੇ ਜਿਹੜਾ ਉਹਦਾ ਪਿਛਲਾ ਪਾਸਾ ਪੂਛ ਹੁੰਦੀ ਆ ਉਹ ਜਲ ਵਿਰੋਧੀ ਹੁੰਦੀ ਹੈ, ਮਤਲਬ ਪਾਣੀ ਤੋਂ ਪਰਾਂ ਵੱਲ ਨੂੰ ਜਾਂਦੀ ਆ, ਉਹ ਤੇਲ ਵਾਲੇ ਪਾਸੇ ਜਾਂਦੀ ਹੈ, ਠੀਕ ਹੈ। ਇਹਦੇ ਲਈ ਚੌਥੀ ਆਪਸ਼ਨ ਸਹੀ ਬਣੂਗੀ। pH ਨੂੰ ਦਰਸਾਇਆ ਜਾਂਦਾ ਹੈ, ਕਾਫੀ ਇੰਪੋਰਟੈਂਟ ਹੈ, ਮਾਈਨਸ ਲੌਗ ਆਫ ਹਾਈਡਰੋਨੀਅਮ ਆਇਨ ਕੰਸਨਟ੍ਰੇਸ਼ਨ, ਇਹਨੂੰ ਹਾਈਡਰੋਨੀਅਮ ਆਇਨ ਬੋਲਦੇ ਨੇ ਬੇਟਾ। ਇਹ pH ਨੂੰ ਦੋ ਤਰ੍ਹਾਂ ਨਾਲ ਲਿਖਦੇ ਨੇ, ਠੀਕ ਹੈ ਲਿਖ ਲਓ ਭਾਵੇਂ ਆਪਣੀ ਕਾਪੀ 'ਚ। ਇੱਕ ਇਹਨੂੰ ਲਿਖਿਆ ਜਾਂਦਾ ਮਾਈਨਸ ਲੋਗਰਿਥਮ ਆਫ ਹਾਈਡਰੋਜਨ ਆਇਨ ਕੰਸਨਟ੍ਰੇਸ਼ਨ, ਜਾਂ ਇਹਨੂੰ ਲਿਖਦੇ ਹੁੰਦੇ ਨੇ ਮਾਈਨਸ ਲੌਗ ਆਫ ਹਾਈਡਰੋਨੀਅਮ ਆਇਨ ਕੰਸਨਟ੍ਰੇਸ਼ਨ। ਸੰਗਣਤਾ, ਕੰਸਨਟ੍ਰੇਸ਼ਨ ਦਾ ਮਤਲਬ ਕੀ ਹੈ? ਸੰਗਣਤਾ, ਮਤਲਬ ਜਿਹੜੇ ਹਾਈਡਰੋਜਨ ਆਇਨ ਨੇ ਉਹਨਾਂ ਦੀ ਸੰਗਣਤਾ ਕਿੰਨੀ ਹੈ। ਜੇ ਉਹਨਾਂ ਦੀ ਸੰਗਣਤਾ ਜ਼ਿਆਦਾ ਹੈ ਤਾਂ pH ਘੱਟ ਹੋਊਗੀ, ਕਿਉਂਕਿ ਇਹਦੇ ਮੂਹਰੇ ਮਾਈਨਸ ਦੀ ਨਿਸ਼ਾਨੀ ਲੱਗੀ ਹੈ, ਠੀਕ ਹੈ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਬਣੂਗੀ? ਮਾਈਨਸ ਲੌਗ ਆਫ ਹਾਈਡਰੋਨੀਅਮ ਆਇਨ ਕੰਸਨਟ੍ਰੇਸ਼ਨ। ਹਾਈਡਰੋਨੀਅਮ ਆਇਨ ਬਣਦਾ ਕਿਵੇਂ ਆ? H ਪੋਜ਼ੀਟਿਵ ਹਾਈਡਰੋਜਨ ਆਇਨ 'ਚ ਵਾਟਰ ਮੋਲੀਕੂਲ ਐਡ ਹੋ ਕੇ ਇਹ ਹਾਈਡਰੋਨੀਅਮ ਆਇਨ ਬਣਦਾ, ਠੀਕ ਹੈ ਬੇਟਾ। ਪਹਿਲੀ ਆਪਸ਼ਨ ਸਹੀ ਬਣੂਗੀ ਇਹਦੇ ਲਈ। ਹਵਾ ਦੇ ਪ੍ਰਵਾਜੀ ਕਸ਼ੀਦਣ ਦੌਰਾਨ ਕਿਹੜੀ ਗੈਸ ਸਭ ਤੋਂ ਪਹਿਲਾਂ ਉਬਲ ਕੇ ਅਲੱਗ ਹੁੰਦੀ ਹੈ? ਕਿਹੜੀ ਗੈਸ ਸਭ ਤੋਂ ਪਹਿਲਾਂ ਉਬਲ ਕੇ ਅਲੱਗ ਹੁੰਦੀ ਹੈ? ਨਾਈਟ੍ਰੋਜਨ ਗੈਸ ਸਭ ਤੋਂ ਪਹਿਲਾਂ ਉਬਲ ਕੇ ਅਲੱਗ ਹੋ ਜਾਂਦੀ ਹੈ, ਠੀਕ ਹੈ ਬੇਟਾ। ਅਗਲਾ, ਮਾਈਟੋਕਾਂਡਰੀਆ ਅਤੇ ਪਲਾਸਟਿਡਸ ਕੁਝ ਪ੍ਰੋਟੀਨ ਬਣਾਉਣ ਵਿੱਚ ਆਪ ਹੀ ਸਮਰੱਥ ਹੁੰਦੇ ਹਨ ਕਿਉਂਕਿ ਉਹਨਾਂ ਵਿੱਚ ਮੌਜੂਦ ਹੈ। ਇਹ ਆਪਾਂ ਦੱਸਣਾ ਵੀ ਮਾਈਟੋਕਾਂਡਰੀਆ ਅਤੇ ਪਲਾਸਟਿਡਸ ਇਹ ਕੁਝ ਪ੍ਰੋਟੀਨ ਬਣਾਉਣ 'ਚ ਆਪ ਹੀ ਸਮਰੱਥ ਹੁੰਦੇ ਆ, ਮਤਲਬ ਕੁਝ ਪ੍ਰੋਟੀਨ ਇਹ ਆਪ ਹੀ ਬਣਾ ਲੈਂਦੇ ਨੇ। ਅਜਿਹਾ ਕਿਉਂ ਹੁੰਦਾ ਵੀ ਇਹਨਾਂ ਦੇ ਵਿੱਚ ਕੀ ਚੀਜ਼ ਮੌਜੂਦ ਹੁੰਦੀ ਹੈ ਜਿਹਦੇ ਕਰਕੇ ਅਜਿਹਾ ਹੁੰਦਾ? ਕੀ ਹੁੰਦਾ? DNA ਪਹਿਲੀ ਆਪਸ਼ਨ, RNA, DNA ਅਤੇ ਰਾਈਬੋਸੋਮ, RNA ਅਤੇ ਰਾਈਬੋਸੋਮ। ਕੀ ਹੁੰਦਾ ਵੀ DNA ਅਤੇ ਰਾਈਬੋਸੋਮ ਹੁੰਦੇ ਨੇ ਜਿਹਦੇ ਕਰਕੇ ਇਹ ਆਪ ਪ੍ਰੋਟੀਨ ਬਣਾ ਸਕਦੇ ਨੇ। ਅਗਲਾ, ਹੇਠ ਲਿਖਿਆਂ ਵਿੱਚੋਂ ਦਿਲ ਪੇਸ਼ੀਆਂ ਬਾਰੇ ਕਿਹੜਾ ਕਥਨ ਸਹੀ ਹੈ? ਠੀਕ ਹੈ, ਕੀ ਹੁੰਦੀਆਂ ਵੀ ਇੱਕ ਤਾਂ ਇਹਦੇ ਵਿੱਚ ਸ਼ਾਖਾ ਹੁੰਦੀਆਂ ਅਤੇ ਇਹ ਇੱਕ ਕੇਂਦਰਕ ਹੁੰਦਾ ਦਿਲ ਪੇਸ਼ੀਆਂ ਦੇ ਵਿੱਚ। ਕਿਹੜੀ ਆਪਸ਼ਨ ਸਹੀ ਬਣੂਗੀ? ਤੀਜੀ, ਦਿਲ ਪੇਸ਼ੀਆਂ ਇੱਕ ਕੇਂਦਰਕ ਅਤੇ ਸ਼ਾਖਿਤ ਹੁੰਦੀਆਂ ਹਨ। ਲਹੂ ਸੰਚਾਰ ਪ੍ਰਣਾਲੀ ਵਿੱਚ ਲਹੂ ਦਾ ਸਹੀ ਪ੍ਰਵਾਹ ਸੰਚਾਰ ਕੀ ਹੈ? ਇਹ ਤਾਂ ਸਭ ਨੂੰ ਹੀ ਆਉਂਦਾ ਹੋਣਾ। ਪਹਿਲਾਂ ਲਹੂ ਆਰੀਕਲ 'ਚ ਆਉਂਦਾ, ਫਿਰ ਆਰੀਕਲ ਤੋਂ ਬਾਅਦ ਵੈਂਟਰੀਕਲ 'ਚ, ਫਿਰ ਧਮਨੀਆਂ 'ਚ, ਫਿਰ ਸ਼ਿਰਾਵਾਂ 'ਚ। ਪਹਿਲੀ ਆਪਸ਼ਨ ਸਹੀ ਬਣੂਗੀ। ਕਿਹੜਾ ਮਿਲਾਨ ਸਹੀ ਨਹੀਂ ਹੈ? ਸਹੀ ਨਹੀਂ ਹੈ ਦੱਸਣਾ। ਅੰਡਕੋਸ਼ ਦੇ ਵਿੱਚ ਐਸਟ੍ਰੋਜਨ ਬਣਦਾ, ਠੀਕ ਹੈ। ਲੁਬਾ ਦੇ ਵਿੱਚ ਇਨਸੂਲਿਨ, ਪਤਾਲੂ ਦੇ ਵਿੱਚ ਟੈਸਟੋਸਟੀਰਨ, ਪਿਚੂਟਰੀ ਗ੍ਰੰਥੀ ਵਿੱਚ ਐਡਰੀਨਾਲਿਨ। ਗਲਤ ਹੈ। ਐਡਰੀਨਾਲਿਨ ਹੈ ਜਿਹੜਾ ਉਹ ਐਡਰੀਨਲ ਗ੍ਰੰਥੀ 'ਚ ਬਣਦਾ, ਪਿਚੂਟਰੀ ਗ੍ਰੰਥੀ 'ਚ ਵਾਧਾ ਹਾਰਮੋਨ ਹੁੰਦਾ, ਠੀਕ ਹੈ ਬੇਟਾ। ਤਾਂ ਇਹਦੇ ਲਈ ਇਹ ਸਹੀ ਨਹੀਂ ਹੈ, ਤੀਜੀ ਆਪਸ਼ਨ ਆਏਗੀ। ਮੂਤਰ ਦੀ ਘਣਤਾ ਡੈਸ਼ 'ਤੇ ਨਿਰਭਰ ਕਰਦੀ ਹੈ? ਥਾਇਰੋਕਸਿਨ, ਟੈਸਟੋਸਟੀਰਨ, ਐਂਟੀ ਡਾਈਯੂਰੈਟਿਕ ਹਾਰਮੋਨ, ਮੈਲਾਟੋਨਿਨ। ਕਿਤੇ ਨਿਰਭਰ ਕਰਦਾ ਵੀ ADH ਐਂਟੀ ਡਾਈਯੂਰੈਟਿਕ ਹਾਰਮੋਨ 'ਤੇ ਨਿਰਭਰ ਕਰਦੀ ਹੈ।
ਮੂਤਰ ਦੀ ਘਣਤਾ। ਕਿਹੜੇ ਪੱਤਿਆਂ ਵਿੱਚ ਸਮਾਂਤਰ ਸਥਾਨ ਹੁੰਦਾ ਹੈ? ਪੈਰਲਲ ਵਿਨੇਸ਼ਨ ਕਿਹੜਾ 'ਚ ਹੁੰਦਾ ਵੀ? ਕੇਲੇ ਦੇ ਪੱਤਿਆਂ 'ਚ ਹੁੰਦਾ ਹੈ। ਅਗਲਾ ਕੁਐਸਚਨ, ਹੇਠਾਂ ਲਿਖੀਆਂ ਸਮੀਕਰਨਾਂ ਵਿੱਚੋਂ ਕਿਹੜਾ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦਾ ਸਾਰ ਹੈ? ਮਤਲਬ ਕਿਹੜੀ ਸਮੀਕਰਨ ਆ ਜਿਹੜੀ ਉਹ ਪ੍ਰਕਾਸ਼ ਸੰਸਲੇਸ਼ਨ ਕਿਰਿਆ ਨੂੰ ਦਰਸਾਉਂਦੀ ਹੈ? ਇਹ ਤਾਂ ਕਾਫੀ ਸੌਖੀ ਹੈ, ਸਭ ਨੂੰ ਆਉਂਦੀ ਹੋਣੀ। ਕਿਹੜੀ ਆ ਵੀ? 6 ਕਾਰਬਨ ਡਾਈਆਕਸਾਈਡ ਪਲਸ 12 ਵਾਟਰ ਮੋਲੀਕੂਲ ਜੁੜ ਕੇ ਕਲੋਰੋਫਿਲ ਅਤੇ ਪ੍ਰਕਾਸ਼ ਦੇ ਮੌਜੂਦਗੀ ਦੇ ਵਿੱਚ ਗਲੂਕੋਜ਼ ਬਣਾਉਂਦੇ ਨੇ, ਆਕਸੀਜਨ ਅਤੇ ਪਾਣੀ ਬਣਾਉਂਦੇ ਨੇ। ਇਹ ਆ ਪਹਿਲੀ ਆਪਸ਼ਨ ਇਹਦੇ ਲਈ ਸਹੀ ਹੈ। ਪਿਊਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਕਿਰਿਆ ਡੈਸ਼ ਵਿੱਚ ਵਾਪਰਦੀ ਹੈ। ਕਿਹ 'ਚ ਵਾਪਰਦੀ ਹੈ ਬੇਟਾ? ਮਾਈਟੋਕਾਂਡਰੀਆ ਵਿੱਚ ਵਾਪਰਦੀ ਹੈ। ਠੀਕ ਹੈ। ਸਹੀ ਕਥਨ ਦੀ ਚੋਣ ਕਰੋ। ਮਾਦਾ ਯੁਗਮਕ ਨੂੰ ਯੁਗਮਜ ਕਹਿੰਦੇ ਹਨ। ਗਲਤ ਹੈ। ਮਾਦਾ ਯੁਗਮਕ ਨੂੰ ਯੁਗਮਜ ਨਹੀਂ ਕਹਿੰਦੇ। ਮਾਦਾ ਯੁਗਮਕ ਅਤੇ ਨਰ ਯੁਗਮਕ ਜਦੋਂ ਦੋਵੇਂ ਕੰਬਾਈਨ ਹੁੰਦੇ ਨੇ, ਦੋਵੇਂ ਜੁੜਦੇ ਨੇ, ਉਹਨੂੰ ਯੁਗਮਜ ਬੋਲਦੇ ਨੇ। ਠੀਕ ਹੈ, ਇਹ ਗਲਤ ਹੈ। ਜੁੜਵਾ ਹਮੇਸ਼ਾ ਇੱਕੋ ਜਿਹੇ ਹੁੰਦੇ ਨੇ। ਇਹ ਵੀ ਕੋਈ ਜ਼ਰੂਰੀ ਨਹੀਂ, ਇੱਕੋ ਜਿਹੇ ਹੋ ਵੀ ਸਕਦੇ ਨੇ ਅਤੇ ਨਹੀਂ ਵੀ। ਇਹ ਸਟੇਟਮੈਂਟ ਵੀ ਗਲਤ ਹੈ। ਗ੍ਰੇਗਰ ਜੌਹਨ ਮੈਂਡਲ ਨੂੰ ਅਨੁਵੰਸ਼ਕਤਾ ਦਾ ਪਿਤਾਮਾ ਕਿਹਾ ਜਾਂਦਾ। ਮੈਂਡਲ ਨੂੰ ਕਹਿੰਦੇ ਅਨੁਵੰਸ਼ਕਤਾ ਦਾ ਪਿਤਾਮਾ ਕਿਹਾ ਜਾਂਦਾ। ਇਹ ਸਟੇਟਮੈਂਟ ਸਹੀ ਹੈ। ਲਿੰਗ ਨਿਰਧਾਰਨ ਮਨੁੱਖ ਵਿੱਚ XY ਗੁਣਸੂਤਰਾਂ ਦੁਆਰਾ ਹੁੰਦੀ ਹੈ। ਇਹ ਵੀ ਸਹੀ ਹੈ। XX ਗੁਣਸੂਤਰ ਨੇ ਤਾਂ ਲੜਕੀ ਹੁੰਦੀ ਹੈ, ਜੇ XY ਹੈ ਤਾਂ ਲੜਕਾ ਹੁੰਦਾ ਹੈ। ਤਾਂ ਤੀਜਾ ਅਤੇ ਚੌਥਾ ਕਥਨ ਸਹੀ ਹਨ। ਕਿਹੜੀ ਸਟੇਟਮੈਂਟ ਬਣੂਗੀ? ਤੀਜੀ। ਕਥਨ ਤੀਜਾ ਅਤੇ ਚੌਥਾ ਸਹੀ ਹਨ। ਨਾੜੀ ਆਵੇਗ ਨਰਵ ਇੰਪਲਸ ਦਾ ਸੁਭਾਅ ਡੈਸ਼ ਹੁੰਦਾ ਹੈ। ਕਿਹੜਾ ਹੁੰਦਾ ਵੀ? ਬਿਜਲੀ ਰਸਾਇਣਿਕ। ਠੀਕ ਹੈ, ਆਪਾਂ ਕਹਾਂਗੇ ਇਲੈਕਟ੍ਰੋਕੈਮੀਕਲ। ਠੀਕ ਹੈ, ਸਾਈਨੈਪਸ 'ਤੇ ਇਹ ਬਿਜਲੀ ਰਸਾਇਣਿਕ ਸੰਕੇਤ ਪੈਦਾ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਪੌਦਾ ਜਗਤ ਦੇ ਜਲਥਲੀ ਜੀਵ ਕਿਹਾ ਜਾਂਦਾ ਹੈ? ਕਿਸ ਨੂੰ ਕਿਹਾ ਜਾਂਦਾ ਵੀ? ਬਰਾਇਓਫਾਈਟਾ ਨੂੰ ਪੌਦਾ ਜਗਤ ਦੇ ਜਲਥਲੀ ਜੀਵ ਕਿਹਾ ਜਾਂਦਾ ਹੈ। ਅਗਲਾ ਕੁਐਸਚਨ, ਦਿਮਾਗ ਵਿੱਚ ਗੰਧ ਦੀ ਭਾਵਨਾ ਦਾ ਕੇਂਦਰ ਕਿਹੜਾ ਹੈ? ਮੱਧ ਦਿਮਾਗ, ਸੁੰਗਣ ਖੰਡ, ਸੈਰੀਬਰਮ। ਕਿਹੜਾ ਵੀ? ਸੁੰਗਣ ਖੰਡ ਹੈ। ਉਹ ਟਿਸ਼ੂ ਜੋ ਨਾਰੀਅਲ ਦਾ ਛਿਲਕਾ ਬਣਾਉਂਦੇ ਹਨ ਅਤੇ ਜਿਸ ਦੇ ਸੈੱਲ ਮ੍ਰਿਤਕ ਲੰਬੂਤਰੇ ਦੇ ਲਿਗਨੀਫਾਈਡ ਹਨ, ਉਹ ਡੈਸ਼ ਹਨ। ਕਿਹੜੇ ਨੇ ਵੀ ਉਹ ਟਿਸ਼ੂ ਜੋ ਨਾਰੀਅਲ ਦਾ ਛਿਲਕਾ ਬਣਾਉਂਦੇ ਹਨ, ਉਹਨਾਂ ਦੇ ਸੈੱਲ ਆ ਜਿਹੜੇ ਉਹ ਮ੍ਰਿਤਕ ਲੰਬੂਤਰੇ ਅਤੇ ਲਿਗਨੀਫਾਈਡ ਹਨ। ਉਹ ਡੈਸ਼ ਹਨ। ਕਿਹੜੇ ਨੇ ਬੇਟਾ? ਉਹ ਸਕੈਲਰਨ ਕਾਈਮਾ। ਇਹਦੇ ਲਈ ਚੌਥੀ ਆਪਸ਼ਨ ਸਹੀ ਬਣੂਗੀ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਗ ਮਨੁੱਖ ਵਿੱਚ ਨਰ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ? ਠੀਕ ਹੈ, ਨਹੀਂ ਹੈ ਦੱਸਣਾ। ਪਤਾਲੂ ਵੀ ਹੈਗਾ, ਪੋਸਟੇਟ ਗ੍ਰੰਥੀ ਵੀ ਹੈਗੀ ਆ, ਸ਼ੁਕਰਾਣੂ ਵਹਿਣੀ ਵੀ ਹੈਗੀ ਆ, ਫੈਲੋਪੀਅਨ ਟਿਊਬ ਨਰ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ। ਇਹੀ ਆਪਾਂ ਦੱਸਣਾ ਸੀ ਵੀ ਕਿਹੜਾ ਇਹਨਾਂ ਦੇ ਵਿੱਚੋਂ ਨਰ ਪ੍ਰਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ। ਤਾਂ ਇਹਦੇ ਲਈ ਫਿਰ ਸਹੀ ਆਪਸ਼ਨ ਕਿਹੜੀ ਬਣੂਗੀ? ਅਸੀਂ ਦੱਸਣਾ ਨਾ ਵੀ ਭਾਗ ਨਹੀਂ ਹੈ, ਤਾਂ ਫਿਰ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਬੇਟਾ ਉਹ ਕਿਹੜੀ ਬਣੂਗੀ? ਚੌਥੀ ਬਣੂਗੀ। ਅੱਗੇ ਹੈ ਆਪਣਾ ਮੈਥ ਵਾਲਾ ਪਾਰਟ। ਇਹਦੇ ਮੈਂ ਤੁਹਾਨੂੰ ਸਿਰਫ ਆਨਸਰ ਦੱਸੂੰਗਾ ਕਿਉਂਕਿ ਇਹ ਪੋਸੀਬਲ ਨਹੀਂ ਹੈ ਇਹਨੂੰ ਹੱਲ ਕਰਨਾ ਇੱਥੇ। ਠੀਕ ਹੈ ਬੇਟਾ, ਤੁਸੀਂ ਇਹਦੇ ਆਨਸਰ ਮਿਲਾ ਕਰ ਲੈਣੇ ਆ, ਆਪਣੇ ਅਧਿਆਪਕ ਤੋਂ ਪੁੱਛ ਲੈਣਾ ਵੀ ਇਹ ਆਨਸਰ ਕਿਵੇਂ ਆਇਆ। ਠੀਕ ਹੈ ਬੇਟਾ, ਜੇਕਰ 37/13 ਬਰਾਬਰ 2 + 1/x + 1/y + 1/z ਹੋਵੇ, ਜਿੱਥੇ XYZ ਸੰਪੂਰਨ ਸੰਖਿਆਵਾਂ ਹਨ, ਤਾਂ x + y + z ਦਾ ਮੁੱਲ ਹੋਏਗਾ। ਇਹ ਜਦੋਂ ਆਪਾਂ ਮੁੱਲ ਕੱਢ ਲਾਂਗੇ x + y + z ਦਾ ਮੁੱਲ ਆ ਜਿਹੜਾ ਉਹ ਕਿੰਨਾ ਹੋ ਜਾਏਗਾ ਬੇਟਾ? 8 ਹੋ ਜਾਏਗਾ। ਠੀਕ ਹੈ, ਦੂਜੀ ਆਪਸ਼ਨ ਸਹੀ ਬਣੂਗੀ। ਜੇਕਰ sin x = cos² x ਹੋਵੇ ਤਾਂ cos² x + 1 + sin² x ਦਾ ਮੁੱਲ ਹੋਵੇਗਾ ਕੀ ਹੋਏਗਾ ਵੀ? 1 ਹੋਏਗਾ। ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੇਗੀ। ਦੋ ਘਾਤੀ ਸਮੀਕਰਨ ax² - 1 + 2bx + 0 ਦੇ ਸਿਫਰ ਅਲਫਾ ਅਤੇ ਬੀਟਾ ਹਨ। ਜੇਕਰ ਉਹ ਦੋ ਘਾਤੀ ਸਮੀਕਰਨ ਜਿਸ ਦੇ ਸਿਫਰ 2 ਅਲਫਾ - 1/ਬੀਟਾ ਅਤੇ 2 ਬੀਟਾ - 1/ਅਲਫਾ ਹਨ, px² + qx + r = 0 ਹੋਵੇ, ਠੀਕ ਹੈ, ਤਾਂ p + q + r ਦਾ ਮੁੱਲ ਦੱਸਣਾ। ਠੀਕ ਹੈ, ਉਹ ਸਮੀਕਰਨ ਬਣਾਉਣੀ ਹੈ। ਆਹ ਸਿਫਰਾਂ ਤੋਂ ਸਮੀਕਰਨ ਆਪਾਂ ਬਣਾਈ ਇਹ ਵਾਲੀ, ਆਪਾਂ ਇਹਦਾ ਜੋੜ ਆਪਾਂ ਦੱਸਣਾ ਵੀ ਕਿੰਨਾ ਹੋਊਗਾ।
ਕਿੰਨਾ ਬਣੂਗਾ ਵੀ ਇਹਦਾ ਜੋੜ, ਬਣੂਗਾ 6b-8a। ਤੀਜੀ ਆਪਸ਼ਨ ਸਹੀ ਬਣੇਗੀ। ਅਗਲਾ, ਜੇਕਰ SN ਕਿਸੇ AP ਦੇ x ਪਦਾਂ ਦਾ ਜੋੜਫਲ ਹੋਵੇ ਤਾਂ ਉਸ AP ਲਈ S3n -S3n-1 -S2n-S2n-1 ਦਾ ਮੁੱਲ ਹੋਏਗਾ। ਇਹਦੇ ਲਈ ਪਹਿਲੀ ਅਤੇ ਦੂਜੀ ਆਪਸ਼ਨ ਦੋਨੋਂ ਹੀ ਸਹੀ ਹਨ। ਠੀਕ ਹੈ ਬੇਟਾ, ਜ਼ਿਆਦਾਤਰ ਜਿਹੜੀ ਦੂਜੀ ਆਪਸ਼ਨ ਇਹ ਆਨਸਰ ਕੀ ਦੇ ਵਿੱਚ ਲਗਾਈ ਜਾਂਦੀ ਹੈ। ਠੀਕ ਹੈ, ਦੋ ਪਾਸੇ ਨੂੰ ਇਕੱਠੇ ਸੁੱਟਿਆ ਜਾਂਦਾ ਹੈ, ਪ੍ਰਾਪਤ ਪਰਿਣਾਮਾਂ ਦਾ ਗੁਣਨਫਲ ਨੋਟ ਕੀਤਾ ਜਾਂਦਾ ਹੈ। ਇਸ ਦੇ ਗੁਣਨਫਲ ਦੇ 9 ਤੋਂ ਘੱਟ ਹੋਣ ਦੀ ਕੀ ਸੰਭਾਵਨਾ ਹੈ? ਇਸ ਦੇ ਗੁਣਨਫਲ ਦੀ 9 ਤੋਂ ਘੱਟ ਹੋਣ ਦੀ ਕੀ ਸੰਭਾਵਨਾ ਬੇਟਾ? 4/9 ਬਣ ਜਾਏਗੀ। ਠੀਕ ਹੈ, ਉਹ ਟੋਟਲ ਬਣ ਜਾਣਗੇ 16/36 ਤੋਂ ਕੱਟ ਕੇ 4/9 ਆ ਜਾਏਗਾ। ਸੰਖਿਆਵਾਂ x1 x2 x3 xn ਦਾ ਅੰਕਗਣਿਤ ਮੱਧਮਾਨ x ਵਾਰ ਹੈ। ਸੰਖਿਆਵਾਂ ax1 + b ax2 + b ax3 + b ਅਪ ਟੂ axn + b ਜਿੱਥੇ a ਅਤੇ b ਸਥਿਰ ਅੰਕ ਹਨ ਦਾ ਅੰਕਗਣਿਤ ਮੱਧਮਾਨ ਹੋਏਗਾ। ਕਿੰਨਾ ਹੋਏਗਾ ਵੀ? ax ਵਾਰ + b ਹੋਏਗਾ। ਠੀਕ ਹੈ, ਚੌਥੀ ਆਪਸ਼ਨ ਇਹਦੇ ਲਈ ਸਹੀ ਬਣੂਗੀ। ਅਗਲਾ, ਕਿਸੇ ਪ੍ਰੀਖਿਆ ਵਿੱਚ ਜਮਾਤ 10ਵੀਂ ਦੇ ਲੜਕਿਆਂ ਦੇ ਔਸਤ ਅੰਕ 78 ਹਨ, ਲੜਕੀਆਂ ਦੇ ਔਸਤ ਅੰਕ 73 ਹਨ। ਜੇਕਰ ਉਸ ਪ੍ਰੀਖਿਆ ਵਿੱਚ ਸਾਰੀ ਜਮਾਤ ਦੇ ਕੁੱਲ ਵਿਦਿਆਰਥੀਆਂ ਦੇ ਔਸਤ ਅੰਕ 71.8 ਹੋਣ ਤਾਂ ਜਮਾਤ ਵਿੱਚ ਲੜਕੇ ਅਤੇ ਲੜਕੀਆਂ ਦੀ ਸੰਖਿਆ ਦਾ ਅਨੁਪਾਤ ਪਤਾ ਕਰੋ। ਜਦੋਂ ਇਹ ਆਪਾਂ ਅਨੁਪਾਤ ਪਤਾ ਕਰਾਂਗੇ ਬੇਟਾ ਤਾਂ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ 3:2 ਬਣੇਗੀ। ਚੌਥੀ ਆਪਸ਼ਨ ਸਹੀ ਬਣੇਗੀ। ਹਾਂ, ਕੋਈ ਤ੍ਰਿਭੁਜ ਦੇ ਸ਼ਿਖਰ ਲੰਬ ਦੀ ਲੰਬਾਈ p ਸੈਂਟੀਮੀਟਰ ਹੈ, ਉਸ ਤ੍ਰਿਭੁਜ ਦਾ ਖੇਤਰਫਲ ਹੋਵੇਗਾ p² 3 ਸੈਂਟੀਮੀਟਰ ਸਕੁਅਰ। ਤੀਜੀ ਆਪਸ਼ਨ, ਉਹਨਾਂ ਸਾਰੀਆਂ 2 ਅੰਕਾਂ ਵਾਲੀਆਂ ਪ੍ਰਕਿਰਤਿਕ ਸੰਖਿਆਵਾਂ ਜੋ ਕਿ 7 ਨਾਲ ਪੂਰੀਆਂ ਵੰਡੀਆਂ ਜਾਂਦੀਆਂ ਹੋਣ ਦਾ ਜੋੜ ਹੋਵੇਗਾ। ਇਹਨਾਂ ਦਾ ਜੋੜ ਕਿੰਨਾ ਬਣੂਗਾ? AP ਬਣ ਜੂਗੀ। ਠੀਕ ਹੈ, ਜੋੜ ਕੱਢ ਲਾਂਗੇ, ਕਿੰਨਾ ਬਣ ਜੂਗਾ? 728 ਬਣ ਜੂਗਾ। ਤੀਜੀ ਆਪਸ਼ਨ ਸਹੀ ਬਣੂਗੀ। 150ਵਾਂ ਕੁਐਸਚਨ, ਦੋ ਸੰਖਿਆਵਾਂ ਵਿਚਕਾਰ ਅੰਤਰ 1365 ਹੈ। ਜਦੋਂ ਵੱਡੀ ਸੰਖਿਆ ਨੂੰ ਛੋਟੀ ਸੰਖਿਆ ਨਾਲ ਭਾਗ ਦਿੰਦੇ ਹਾਂ ਤਾਂ ਭਾਗਫਲ 6 ਅਤੇ ਬਾਕੀ 15 ਬਚਦਾ ਹੈ। ਛੋਟੀ ਸੰਖਿਆ ਪਤਾ ਕਰੋ। ਛੋਟੀ ਸੰਖਿਆ 270 ਬਣੇਗੀ। ਦੂਜੀ ਆਪਸ਼ਨ ਸਹੀ ਬਣੂਗੀ। ਕਿਸੇ ਸੰਖਿਆ ਵਿੱਚ ਤਾਂ 75% 75 ਵਿੱਚ ਜੋੜਿਆ ਜਾਵੇ ਤਾਂ ਨਤੀਜੇ ਵਜੋਂ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਉਹ ਸੰਖਿਆ ਪਤਾ ਕਰੋ। ਤਾਂ ਇਹਦੇ ਲਈ ਸੰਖਿਆ ਜਿਹੜੀ ਉਹ ਕਿੰਨੀ ਆਊਗੀ ਬੇਟਾ? 300 ਆਊਗੀ। ਅਗਲਾ ਕੁਐਸਚਨ, ਵਰਗਮੂਲ 3 ਦੀ ਪਾਵਰ 1/3 3 ਦੀ ਪਾਵਰ 1/4 243 ਦੀ ਪਾਵਰ 1/12 ਦਾ ਗੁਣਨਫਲ ਪਤਾ ਕਰੋ। ਇਹਦਾ ਗੁਣਨਫਲ ਹੈ ਜਿਹੜਾ ਉਹ ਆ ਜਾਏਗਾ 3 ਆ ਜਾਏਗਾ। ਦੂਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ। 3 ਸਾਲ ਦੇ ਅੰਤਰ ਨਾਲ ਜਨਮੇ 5 ਬੱਚਿਆਂ ਦੀ ਉਮਰਾਂ ਦਾ ਜੋੜ 50 ਸਾਲ ਹੈ। ਸਭ ਤੋਂ ਛੋਟੇ ਬੱਚੇ ਦੀ ਉਮਰ ਕੀ ਹੋਏਗੀ? ਇਹ ਜੋ ਤੁਸੀਂ ਕੱਢ ਲਓਗੇ ਇਹਦੇ ਲਈ ਛੋਟੇ ਬੱਚੇ ਦੀ ਉਮਰ 4 ਸਾਲ ਹੋਏਗੀ। ਹੇਠਲੀਆਂ ਵਿੱਚੋਂ ਕਿਹੜੀ ਰੇਲ ਗੱਡੀ ਸਭ ਤੋਂ ਤੇਜ਼ ਹੋਏਗੀ? ਕਿਹੜੀ ਹੋਊਗੀ ਬੇਟਾ? ਤਾਂ ਸੌਖਾ ਹੀ ਹੈ, 100 ਕਿਲੋਮੀਟਰ ਜਿਹੜੀ 1 ਸੈਕਿੰਡ ਵਿੱਚ ਕੱਢਦੀ ਹੈ ਉਹ ਸਭ ਤੋਂ ਤੇਜ਼ ਹੋਊਗੀ। ਜੇਕਰ y = 5 ਹੋਵੇ ਤਾਂ 10y ਦੀ ਕਿਊਬ -y² ਦਾ ਮੁੱਲ ਕਿੰਨਾ ਹੋਏਗਾ? ਇਹ ਵੀ ਸੌਖਾ ਹੀ ਸੀ, y ਦੀ ਵੈਲਿਊ 5 ਭਰਨੀ ਸੀ ਤੁਸੀਂ, ਬਸ ਸਿੰਪਲ ਹੱਲ ਕਰਨਾ ਸੀ। ਕਿੰਨੀ ਹੋਊਗੀ ਬੇਟਾ? 500 ਹੋਊਗੀ। ਮਤਲਬ ਚੌਥੀ ਆਪਸ਼ਨ ਇਹਦੇ ਲਈ ਸਹੀ ਬਣੂਗੀ। ਆ ਵੀ ਮੱਧਮਾਨ ਕੱਢਣਾ ਸੀ। 1² + 2² 3² 4² 5² 6² 7² ਦਾ ਮੱਧਮਾਨ ਹੋਏਗਾ। ਸਾਰਿਆਂ ਨੂੰ ਹੱਲ ਕਰ ਲੈਣਾ ਸੀ ਵਰਗਾਂ ਨੂੰ, ਫਿਰ ਜਿੰਨੀਆਂ ਸੰਖਿਆਵਾਂ ਜੋੜ ਕੇ ਉਹਨਾਂ ਭਾਗ ਕਰਨਾ ਸੀ। ਤਾਂ ਇਹਦੇ ਲਈ ਸਹੀ ਆਪਸ਼ਨ ਕਿੰਨੀ ਬਣੂਗੀ ਬੇਟਾ? ਮੱਧਮਾਨ B ਆਏਗਾ। ਦੂਜੀ ਆਪਸ਼ਨ ਸਹੀ ਬਣੇਗੀ। ਅੱਗੇ ਇਹਨੂੰ ਸਰਲ ਕਰਨਾ ਸੀ, ਇਹ ਵੀ ਸੌਖਾ ਹੀ ਸੀ। ਤਾਂ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਬਣੂਗੀ 11/2 ਬਣੂਗੀ। ਤ੍ਰਿਭੁਜ ABC ਵਿੱਚ AD ਕੋਣ A ਦਾ ਸਮਦਭਾਜਕ ਹੈ ਜੋ ਕਿ ਭੁਜਾ BC ਨੂੰ ਬਿੰਦੂ D 'ਤੇ ਕੱਢਦਾ ਹੈ। ਜੇਕਰ BC = K ਸੈਂਟੀਮੀਟਰ, CA = L ਸੈਂਟੀਮੀਟਰ ਅਤੇ AB = M ਸੈਂਟੀਮੀਟਰ ਤਾਂ DC ਲੰਬਾਈ ਸੈਂਟੀਮੀਟਰ ਵਿੱਚ ਹੋਏਗੀ। ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੂਗੀ KL/M + L। ਅਗਲਾ ਕੁਐਸਚਨ, ਕਿਸੇ ਚੱਕਰ ਦੀ ਇੱਕ ਚਾਪ ਦੀ ਲੰਬਾਈ 5 ਪਾਈ ਸੈਂਟੀਮੀਟਰ ਹੈ। ਜੇਕਰ ਇਸ ਵਿੱਚ ਚਾਪ ਦੁਆਰਾ ਚੱਕਰ 'ਤੇ ਬਣਾਏ ਗਏ ਅਰਧਵਿਆਸੀ ਖੰਡ ਦਾ ਖੇਤਰਫਲ 20 ਪਾਈ ਸੈਂਟੀਮੀਟਰ ਸਕੁਅਰ ਹੋਵੇ ਤਾਂ ਚੱਕਰ ਦੇ ਅਰਧਵਿਆਸ ਦੀ ਲੰਬਾਈ ਹੋਵੇਗੀ। ਇਹ ਚੱਕਰ ਨਾਲ ਸੰਬੰਧਿਤ ਖੇਤਰਫਲ ਚੈਪਟਰ ਆ ਜਿਹੜਾ ਉਹਦੇ ਵਿੱਚੋਂ ਆਇਆ ਹੋਇਆ, ਆਸਾਨ ਹੀ ਹੈ। ਇਹਦੇ ਲਈ ਜਿਹੜੀ ਲੰਬਾਈ ਆ ਉਹ ਕਿੰਨੀ ਹੋਊਗੀ ਬੇਟਾ? 8 ਸੈਂਟੀਮੀਟਰ ਹੋਊਗੀ। ਤੀਜੀ ਆਪਸ਼ਨ ਸਹੀ ਬਣੂ। ਸਮਕੋਣ ਤ੍ਰਿਭੁਜ ABC ਵਿੱਚ ਕੋਣ B = 90 ਡਿਗਰੀ, AB = 5 ਸੈਂਟੀਮੀਟਰ, BC = 12 ਹੋਵੇ ਤਾਂ ਇਸ ਤ੍ਰਿਭੁਜ ਵਿੱਚ ਬਣੇ ਅੰਦਰੂਨੀ ਚੱਕਰ ਦਾ ਖੇਤਰਫਲ ਹੋਏਗਾ ਕਿੰਨਾ ਹੋਏਗਾ ਬੇਟਾ? 4 ਪਾਈ ਸੈਂਟੀਮੀਟਰ ਦੀ 2। ਠੀਕ ਹੈ ਬੇਟਾ,
ਨੂੰ ਉਮੀਦ ਆ ਤੁਹਾਡੇ ਇਹ ਕੁਐਸਚਨ ਸਹੀ ਹੋਣਗੇ ਅਤੇ ਤੁਸੀਂ ਮਿਲਾਨ ਵੀ ਕਰ ਲਏ ਹੋਣਗੇ। ਇਹ ਸੀ ਤੁਹਾਡਾ ਸਾਇੰਸ ਅਤੇ ਮੈਥ ਵਾਲਾ ਸੈਟ ਵਾਲਾ ਪੇਪਰ, ਉਹਦਾ ਹੱਲ। ਠੀਕ ਹੈ ਬੇਟਾ, ਥੈਂਕ ਯੂ।